ਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਸਿਮਰੋ ਸ਼੍ਰੀ ਹਰਿ ਗੋਬਿੰਦ ਸ਼੍ਰੀ ਹਰਿ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਸ਼੍ਰੀ ਗੁਰੂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਨਾਮ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਹਰਿ ਗੋਬਿੰਦ ਅਰ ਬ੍ਰਿੰਦ ਸਿੱਖ ਰੁਦਤ ਸਸ਼ੋਕ ਬਿਲੰਦ ਦੇਖਤ ਭਾਖਤ ਬ੍ਰਿਧ ਤਬ ਕੀਜਹਿ ਖੇਦ ਨਿਕੰਦ। ਹਰਿ ਗੋਬਿੰਦ ਅਰ ਬ੍ਰਿੰਦ ਸਿੱਖ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਪਾਵਨ ਅਤੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬਿਬੇਕਸਰ ਸਾਹਿਬ ਜੀ ਵਿਖੇ ਚਵਰ ਤਖਤ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਡਭਾਗੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਮਿਹਰਮਤ ਕਰਕੇ ਸਾਨੂੰ ਸਾਰਿਆਂ ਨੂੰ ਸਤਿਸੰਗ ਦੀਆਂ ਘੜੀਆਂ ਨਸੀਬ ਕੀਤੀਆਂ ਹਨ। ਸੰਗਤ ਜੀ, ਮੇਰੀ ਅਤੇ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਤਖ਼ਤ ਉੱਪਰ ਬਿਰਾਜਮਾਨ ਹੋਣ ਦਾ ਅਤੇ ਮੇਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਸ੍ਰੀ ਸਾਹਿਬ ਪਹਿਨਣ ਦਾ ਜੋ ਪਾਵਨ ਪਵਿੱਤਰ ਗੁਰਪੁਰਬ 9 ਜੁਲਾਈ ਨੂੰ ਆ ਰਿਹਾ ਹੈ, ਉਸ ਦੇ ਸੰਬੰਧ ਅੰਦਰ ਇਸ ਪਾਵਨ ਪਵਿੱਤਰ ਅਸਥਾਨ ਵਿਖੇ ਕੱਲ੍ਹ ਦੇ ਰੋਜ਼ ਤੋਂ ਗੌਰ ਇਤਿਹਾਸ ਦੀ ਕਥਾ ਦੀ ਪ੍ਰਾਰੰਭਤਾ ਹੋਈ ਹੈ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸਮੂਹ ਸੰਗਤਾਂ ਨੇ ਸਰਵਣ ਕੀਤਾ ਕਿ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੱਚਖੰਡ ਪਿਆਨੇ ਤੋਂ ਉਪਰੰਤ ਸ਼ਹਾਦਤ ਪ੍ਰਾਪਤ ਕਰਨ ਤੋਂ ਉਪਰੰਤ ਜੋ 5 ਸਿੱਖ ਸੱਚੇ ਪਾਤਸ਼ਾਹ ਜੀ ਦੇ ਨਾਲ ਲਾਹੌਰ ਗਏ ਸਨ,
ਬਾਬਾ ਬਿਧੀ ਚੰਦ ਜੀ, ਭਾਈ ਲੰਗਾਹਾ ਜੀ, ਭਾਈ ਪਿਰਾਣਾ ਜੀ, ਭਾਈ ਜੇਠਾ ਜੀ, ਇਹ ਪੰਜੇ ਹੀ ਸਿੱਖ ਬੜੇ ਭਰੇ ਹੋਏ ਮਨ ਦੇ ਨਾਲ ਲਾਹੌਰ ਤੋਂ ਵਾਪਸ ਤੁਰੇ ਹਨ। ਬਹੁਤ ਭਾਰੀ ਸ਼ੋਕ ਦੇ ਵਿੱਚ ਹਨ ਇਹ ਪੰਜੇ ਹੀ ਸਿੱਖ। ਬਾਰ-ਬਾਰ ਇਹਨਾਂ ਦੇ ਮਨ ਦੇ ਵਿੱਚ ਇਹ ਆ ਰਹੀ ਹੈ, ਨਾਲੇ ਤਾਂ ਇਹ ਲਾਹੌਰ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵੱਲ ਨੂੰ ਰਸਤੇ ਉੱਪਰ ਚੱਲੇ ਆ ਰਹੇ ਹਨ, ਅਤੇ ਨਾਲ ਦੀ ਨਾਲ ਇਹਨਾਂ ਦੇ ਮਨਾਂ ਦੇ ਵਿੱਚ ਇਹ ਵਿਚਾਰਾਂ ਚੱਲ ਰਹੀਆਂ ਹਨ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਮਾਤ ਗੰਗਾ ਜੀ ਅਤੇ ਹੋਰ ਸਿੱਖ ਸੰਗਤਾਂ ਜਦੋਂ ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚਾਂਗੇ, ਉਹਨਾਂ ਨੂੰ ਇਹ ਸ਼ਹੀਦੀ ਦਾ ਪ੍ਰਸੰਗ ਕਿਵੇਂ ਸੁਣਾ ਪਾਵਾਂਗੇ, ਕਿਵੇਂ ਦੱਸਾਂਗੇ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਚੰਦੂ ਦੁਸ਼ਟ ਨੇ, ਪਾਪੀ ਨੇ ਤਰ੍ਹਾਂ ਤਰ੍ਹਾਂ ਦੇ ਕਸ਼ਟ ਦੇ ਕਰਕੇ ਸ਼ਹੀਦ ਕੀਤਾ। ਭਾਵੇਂ ਕਿ ਸਿੱਖ ਬਾਰ-ਬਾਰ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਭਾਈ ਬਿਧੀ ਚੰਦ ਜੀ, ਭਾਈ ਲੰਗਾਹਾ ਜੀ ਅਤੇ ਹੋਰ ਜੋ ਗੁਰਸਿੱਖ ਸਨ, ਇਹ ਆਗਿਆ ਮੰਗਦੇ ਰਹੇ ਸਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਕਿ ਸਤਿਗੁਰੂ ਸਾਨੂੰ ਆਗਿਆ ਬਖਸ਼ੋ, ਇਹ ਜਹਾਂਗੀਰ, ਇਹ ਚੰਦੂ, ਇਹਨਾਂ ਦਾ ਰਾਜ ਭਾਗ, ਇਹਨਾਂ ਦੀ ਫੌਜ ਸਾਡੇ ਅੱਗੇ ਕੁਝ ਨਹੀਂ, ਕੇਵਲ ਤੁਸੀਂ ਆਗਿਆ ਬਖਸ਼ੋ, ਇਹਨਾਂ ਸਾਰਿਆਂ ਦਾ ਅਸੀਂ ਅੱਖ ਦੇ ਫੋਰ ਦੇ ਵਿੱਚ ਹੀ ਨਾਸ ਕਰ ਦੇਵਾਂਗੇ। ਪਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਆਗਿਆ ਨਹੀਂ ਸੀ ਦਿੱਤੀ ਅਤੇ ਕਿਹਾ ਸੀ ਕਿ ਆਪਾਂ ਪਰਮੇਸ਼ਰ ਦੇ ਭਾਣੇ ਅੰਦਰ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਰਹਿਣਾ। ਪਰ ਫਿਰ ਵੀ ਜਦੋਂ ਇਹ ਲਾਹੌਰ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵੱਲ ਨੂੰ ਚੱਲੇ ਆ ਰਹੇ ਹਨ, ਮਨ ਉੱਪਰ ਬੜਾ ਬੋਝ ਹੈ। ਸੰਗਤ ਜੀ, ਗੱਲ ਹੁੰਦੀ ਹੈ ਪਿਆਰ ਦੀ। ਉਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਤੋਂ ਸਿੱਖ ਵਾਰ ਨੇ, ਬਲਹਾਰ ਨੇ ਜਾਂਦੇ, ਜਿਨ੍ਹਾਂ ਦੇ ਮੁੱਖ ਵੱਲ ਤੱਕਦੇ ਰਹਿੰਦੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਈ ਹੁਕਮ ਲਾਉਣ ਤੇ ਦੌੜ ਕੇ ਜਾ ਕੇ ਸੇਵਾ ਕਰੀਏ, ਉਹਨਾਂ ਸਿੱਖਾਂ ਦੀਆਂ ਅੱਖਾਂ ਦੇ ਸਾਹਮਣੇ ਬਹੁਤ ਭਾਰੀ ਕਸ਼ਟ ਚੰਦੂ ਦੁਸ਼ਟ ਨੇ ਸੱਚੇ ਪਾਤਸ਼ਾਹ ਜੀ ਨੂੰ ਦਿੱਤੇ। ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਪਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਹੋਰ ਬੇਅੰਤ ਸਿੱਖ ਸੰਗਤਾਂ ਦੀਵਾਨ ਸਜਿਆ ਹੋਇਆ ਅਤੇ ਸਜੇ ਹੋਏ ਦੀਵਾਨਾਂ ਦੇ ਅੰਦਰ ਅੱਜ ਵਿਚਾਰ ਕਰ ਰਹੇ ਹਨ, ਇੱਕ ਦੂਸਰੇ ਨੂੰ ਪੁੱਛ ਰਹੇ ਹਨ ਕਿ ਬੜੇ ਦਿਨ ਹੋ ਗਏ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਲਾਹੌਰ ਨੂੰ ਗਏ ਪਰ ਹਾਲੇ ਤੱਕ ਮੁੜ ਕੇ ਨਹੀਂ ਆਏ। ਕੀ ਕਾਰਨ ਹੋ ਸਕਦਾ, ਕਿਉਂ ਨਹੀਂ ਆਏ? ਇਹ ਵੀ ਪਤਾ ਲੱਗਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸੰਗਤਾਂ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿ ਜਹਾਂਗੀਰ ਲਾਹੌਰ ਤੋਂ ਕਿਧਰੇ ਹੋਰ ਪਾਸੇ ਚਲਾ ਗਿਆ, ਅਤੇ ਇਹਨਾਂ ਦੀ ਵਿਚਾਰ ਫਿਰ ਹੋਰ ਗਹਿਰੀ ਹੋ ਗਈ ਕਿ ਕਾਰਨ ਕੀ ਹੋ ਸਕਦਾ। ਗਏ ਤਾਂ ਜਹਾਂਗੀਰ ਦੇ ਸੱਦੇ 'ਤੇ ਸਨ ਅਤੇ ਜਹਾਂਗੀਰ ਹੁਣ ਲਾਹੌਰ ਹੈ ਨਹੀਂ, ਇਸ ਕਰਕੇ ਕੀ ਕਾਰਨ ਹੈ, ਕਿਉਂ ਨਹੀਂ ਸੱਚੇ ਪਾਤਸ਼ਾਹ ਹੁਣ ਤੱਕ ਆਏ। ਇੱਧਰ ਸਿੱਖ ਸੰਗਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ 'ਤੇ ਵਿਚਾਰਾਂ ਕਰ ਰਹੀਆਂ ਹਨ, ਅਤੇ ਉੱਧਰੋਂ ਸੰਗਤ ਦੇ ਵਿੱਚ ਬੈਠਿਆਂ ਬੈਠਿਆਂ ਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਿਗਾਹ ਪਈ ਅਤੇ ਵੇਖਿਆ ਕਿ ਪੰਜੇ ਹੀ ਸਿੱਖ ਲਾਹੌਰ ਤੋਂ ਆ ਗਏ ਹਨ। ਅਤੇ ਹੋਰ ਹੈਰਾਨੀ ਦੀ ਹੱਦ ਨਾ ਰਹੀ
ਜਦੋਂ ਇਹ ਵੇਖਿਆ ਕਿ ਪੰਜੇ ਸਿੱਖ ਹੀ ਹਨ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਗੁਰਸਿੱਖਾਂ ਦੇ ਨਾਲ ਨਹੀਂ ਹਨ। ਜਦੋਂ ਸੰਗਤ ਦੇ ਵਿੱਚ ਪਹੁੰਚ ਗਏ ਪੰਜੇ ਸਿੱਖ, ਮੇਰੀ ਪੀੜ੍ਹੀ ਦੇ ਸ਼ਹਿਨਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਪੁੱਛਿਆ। ਬੜੇ ਭਰੇ ਹੋਏ ਮਨ ਦੇ ਨਾਲ ਇਹਨਾਂ ਸਿੱਖਾਂ ਨੇ ਸ਼ਹਾਦਤ ਦਾ ਪ੍ਰਸਤੀ ਗੁਰਦਾਸ ਜੀ ਦੇ ਹੁੰਦਿਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਪਰ ਬਿਰਾਜਮਾਨ ਕਰ ਗਏ ਸਨ। ਭਏ ਸਰੂਪ ਲੀਨ ਨਿਜ ਆਦੀ। ਤੇ ਹੁਣ ਉਹ ਲਾਹੌਰ ਦੀ ਧਰਤੀ ਤੇ ਜਾ ਕਰਕੇ ਆਪਣੇ ਨਿਜ ਸਰੂਪ ਦੇ ਵਿੱਚ ਲੀਨ ਹੋ ਗਏ ਹਨ। ਜੇ ਕਾਰਜ ਕਰਬੇ ਕੋਹ ਆਏ। ਜੋ ਕਾਰਜ ਕਰਨ ਵਾਸਤੇ ਇਸ ਮਾਤ ਲੋਕ ਤੇ ਸੱਚੇ ਪਾਤਸ਼ਾਹ ਜੀ ਆਏ ਸਨ, ਪੂਰਨ ਕਰ ਸਮੁਦਾਏ। ਚੰਗੀ ਤਰ੍ਹਾਂ ਉਹ ਸਾਰੇ ਹੀ ਕਾਰਜ ਬੜੀ ਬਖੂਬੀ ਨਿਭਾਵ ਕਰਕੇ ਸੱਚਖੰਡ ਪਿਆਨਾ ਕਰ ਗਏ ਹਨ। ਪੂਰਨਤਾ ਦਿਖਾਏ ਬ੍ਰਹਮ ਗਿਆਨੀ। ਜੋ ਬ੍ਰਹਮ ਗਿਆਨੀ ਪੂਰਨ ਪੁਰਖ ਹੁੰਦੇ ਹਨ ਨਾ, ਉਹ ਇਸ ਮਾਤ ਲੋਕ ਤੇ ਸ੍ਰਿਸ਼ਟੀ ਦੇ ਜੀਵਾਂ ਨੂੰ ਸੱਚ ਦਾ ਰਸਤਾ ਦਿਖਾਉਣ ਵਾਸਤੇ ਆਉਂਦੇ ਹਨ। ਜਿਨ ਕੇ ਤਨ ਹੰਤਾ ਪ੍ਰਿਤਹਾਨੀ। ਤੇ ਅਜਿਹੇ ਸਤਿਪੁਰਖਾਂ ਬ੍ਰਹਮ ਗਿਆਨੀਆਂ ਦੇ ਵਿੱਚੋਂ ਸਰੀਰ ਦੀ ਹੰਗਤਾ, ਦੇਹ ਦੀ ਹੰਗਤਾ ਦੀ ਬਿਰਤੀ ਨਾਸ ਹੋ ਚੁੱਕੀ ਹੋਈ ਹੁੰਦੀ ਹੈ। ਨਿਜ ਸਰੂਪ ਤੇ ਫੁਰਨੋ ਆਨ। ਉਹ ਆਪਣੇ ਨਿਜ ਸਰੂਪ ਦੇ ਵਿੱਚ ਟਿਕੇ ਰਹਿੰਦੇ ਹਨ ਤੇ ਕੋਈ ਹੋਰ ਫੁਰਨਾ ਉਹਨਾਂ ਦੇ ਅੰਦਰ ਨਹੀਂ ਉੱਠਦਾ ਹੈ। ਉਠਨ ਨ ਦੀਨਸ ਇਕ ਰਸਵਾਨ। ਇੱਕ ਰਸ ਬਿਰਤੀ ਟਿਕੀ ਰਹਿੰਦੀ ਹੈ ਉਹਨਾਂ ਦੀ, ਤੇ ਕੋਈ ਹੋਰ ਫੁਰਨਾ ਉੱਠਣ ਹੀ ਨਹੀਂ ਦਿੰਦੇ। ਜਗ ਕੀ ਬਰਤਨ ਸਹਿਜ ਸੁਭਾਏ। ਇਸ ਸੰਸਾਰ ਦੇ ਵਿੱਚ ਆਣ ਕਰਕੇ ਨਾ ਉਹਨਾਂ ਨੂੰ ਕੋਈ ਖੇਚਲ ਨਹੀਂ ਕਰਨੀ ਪੈਂਦੀ। ਉਹਨਾਂ ਦਾ ਸੁਭਾਅ ਹੀ ਪਰਉਪਕਾਰੀ ਹੁੰਦਾ ਹੈ ਤੇ ਸਹਿਜ ਸੁਭਾਏ ਹੀ ਉਹਨਾਂ ਕੋਲੋਂ ਪਰਉਪਕਾਰ ਦੇ ਕਾਰਜ ਹੋਈ ਜਾਂਦੇ ਹਨ। ਬਿਨਾ ਜਤਨ ਜਿਮ ਹੋਤੀ ਜਾਏ। ਤੇ ਬਿਨਾ ਯਤਨ, ਉਹਨਾਂ ਨੂੰ ਕੋਈ ਯਤਨ ਨਹੀਂ ਕਰਨਾ ਪੈਂਦਾ। ਬਿਨਾ ਯਤਨ ਤੋਂ ਹੀ ਉਹਨਾਂ ਦੇ ਕੋਲੋਂ ਸ੍ਰੇਸ਼ਟ ਕੰਮ ਪਰਉਪਕਾਰ ਦੇ ਕਾਰਜ ਹੁੰਦੇ ਜਾਂਦੇ ਹਨ। ਭਗਤ ਕਬੀਰ ਨਾਮ ਦਿਓ ਆਦ। ਸੰਗਤ ਜੀ, ਭਗਤ ਕਬੀਰ ਜੀ ਅਤੇ ਭਗਤ ਨਾਮਦੇਵ ਜੀ ਅਤੇ ਹੋਰ ਇਤਿਆਦਿਕ ਭਗਤ ਭੀਰ ਪਰੀ ਕੀਨਸ ਪ੍ਰਭ ਜਾਦ। ਜਦੋਂ ਇਸ ਮਾਤ ਲੋਕ ਤੇ ਵਿਚਰਦਿਆਂ ਹੋਇਆਂ ਇਹਨਾਂ ਭਗਤਾਂ ਦੇ ਉੱਪਰ ਕੋਈ ਭੀੜਾ ਪਈ, ਕੋਈ ਮੁਸ਼ਕਲ ਹੋਈ, ਤਾਂ ਉਹਨਾਂ ਨੇ ਅਕਾਲ ਪੁਰਖ ਪਰਮੇਸ਼ਰ ਨੂੰ ਜਦੋਂ ਯਾਦ ਕੀਤਾ ਕੁਛ ਤੇ ਕੁਛ ਕਰ ਨਰਨ ਦਿਖਾਈ। ਤੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਨਾ, ਜਿਵੇਂ ਪ੍ਰਹਿਲਾਦ ਦੀ ਬੇਨਤੀ ਪ੍ਰਵਾਨ ਕਰਕੇ ਅਕਾਲ ਪੁਰਖ ਪਰਮੇਸ਼ਰ ਪਿਤਾ ਥੰਮ ਦੇ ਵਿੱਚੋਂ ਹੀ ਪੈਦਾ ਹੋ ਕਰਕੇ ਤੇ ਹਰਣਾਕਸ਼ ਦਾ ਨਾਸ਼ ਕਰ ਦਿੱਤਾ ਸੀ। ਗਿਆਨ ਊਨਤਾ ਇਹੀ ਜਨਾਈ। ਪਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜੋ ਭਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ, ਜੋ ਕਿ ਪਰਮੇਸ਼ਰ ਆਪ ਹੀ ਸਰੂਪ ਧਾਰ ਕੇ ਇਸ ਮਾਤ ਲੋਕ ਤੇ ਆਇਆ ਸੀ। ਉਹਨਾਂ ਨੇ ਤਾਂ ਆਪਣੀ ਕਰਾਮਾਤ ਹੀ ਨਹੀਂ ਦਿਖਾਈ, ਨਹੀਂ ਤੇ ਚੰਦੂ ਦੀ ਕੀ ਪਾਇਆ ਸੀ ਕਿ ਉਹਨਾਂ ਨੂੰ ਕੋਈ ਕਸ਼ਟ ਦੇ ਸਕਦਾ। ਸਤ ਆਤਮਾ ਜਗ ਸਭ ਕਾਚੋ। ਅਜਿਹੇ ਪੂਰਨ ਪੁਰਖ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਇਹ ਜਾਣ ਲੈਂਦੇ ਹਨ ਕਿ ਆਤਮਾ ਸਤ ਹੈ ਤੇ ਇਹ ਜੋ ਸੰਸਾਰ ਹੈ ਇਹ ਕੱਚਾ ਹੈ, ਨਾਸਵਾਨ ਹੈ। ਜਿਸ ਕੇ ਉਰ ਨਿਸ਼ਚੈ ਆਸ ਸਾਚੋ। ਉਹਨਾਂ ਦੇ ਹਿਰਦੇ ਦੇ ਵਿੱਚ ਇਹ ਪੱਕਾ ਨਿਸ਼ਚਾ ਹੋਇਆ ਹੁੰਦਾ ਹੈ। ਸੋ ਨਾਨਾ ਤੁਵ ਪਰ ਫੁਰਨਾ ਕਰਹਿ ਨਾ। ਇਹ ਜੋ ਨਾਨਾ ਪ੍ਰਕਾਰ ਦਾ ਸੰਸਾਰ ਹੈ ਨਾ, ਇਸ ਦੇ ਉੱਪਰ ਵਿਚਰਦਿਆਂ ਹੋਇਆਂ ਉਹ ਕਿਸੇ ਕਿਸਮ ਦਾ ਅੰਦਰ ਫੁਰਨਾ ਹੀ ਪੈਦਾ ਨਹੀਂ ਕਰਦੇ। ਆਪਨ ਸਰੂਪ ਲਖੈ ਅਨ ਧਾਰਹਿ ਨਾ। ਉਹ ਆਪਣੇ ਨਿਜ ਸਰੂਪ ਦੇ ਵਿੱਚ ਟਿਕੇ ਰਹਿੰਦੇ ਹਨ ਤੇ ਹੋਰ ਕੋਈ ਫੁਰਨਾ ਧਰਦੇ ਨਹੀਂ ਹਨ। ਆਸ ਸੁਆਮੀ ਨਹਿ ਸੋਚਨ ਜੋਗ। ਇੰਨੀਆਂ ਸ਼ਕਤੀਆਂ ਦੇ ਮਾਲਕ, ਇੰਨੀਆਂ ਕਰਾਮਾਤਾਂ ਦੇ ਮਾਲਕ ਪ੍ਰਤੱਖ ਹਰ
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸੋਗ ਕਰਨ ਦੇ ਲਾਇਕ ਨਹੀਂ ਹਨ। ਕਿਰਪਾ ਤਿਨਹੁ ਉਦਰੇ ਬਹੁ ਲੋਗ। ਉਹਨਾਂ ਦੀ ਤਾਂ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਕੇ ਅਨੇਕਾਂ ਹੀ ਮਨੁੱਖਾਂ ਦਾ ਉਧਾਰ ਹੋ ਗਿਆ। ਪੂਰਬ ਪੁੰਨਨ ਫਲ ਕੋ ਪਾਏ। ਜਿਵੇਂ ਕੋਈ ਮਨੁੱਖ ਪਿਛਲੇ ਜਨਮਾਂ ਦੇ ਅੰਦਰ ਸਹਿਤ ਕਾਮਨਾ ਦੇ ਕੀਤੀ ਹੋਈ ਭਗਤੀ ਦਾ ਫਲ ਪ੍ਰਾਪਤ ਕਰਕੇ ਭੋਗ ਵਿਸ਼ੈ ਜਗ ਚਲੇ ਗਵਾਏ। ਤੇ ਅਗਲਾ ਜਨਮ ਜਦੋਂ ਉਸ ਨੂੰ ਪਿਛਲੇ ਜਨਮ ਦੀ ਕੀਤੀ ਹੋਈ ਬੰਦਗੀ ਦਾ ਫਲ ਮਿਲਦਾ ਹੈ, ਰਾਜ ਭਾਗ ਮਿਲਦਾ, ਤੇ ਰਾਜ ਭਾਗ ਦੇ ਵਿੱਚ ਖਚਿਤ ਹੋ ਕਰਕੇ ਉਹ ਮਨੁੱਖ ਭੋਗਾਂ ਅਤੇ ਵਿਸ਼ਿਆਂ ਦੇ ਵਿੱਚ ਹੀ ਮਨੁੱਖਾ ਜਨਮ ਗਵਾ ਲੈਂਦਾ ਹੈ। ਭਗਤ ਨਾ ਜੋਗ ਨਾ ਗਿਆਨ ਵਿਰਾਗੇ। ਤੇ ਅਜਿਹੇ ਪੁਰਖ ਵਿਸ਼ਿਆਂ ਵਿਕਾਰਾਂ ਦੇ ਵਿੱਚ ਖਚਿਤ ਹੋਏ ਰਹਿੰਦੇ ਹਨ, ਨਾ ਪਰਮੇਸ਼ਰ ਦੀ ਭਗਤੀ ਕਰਦੇ ਹਨ, ਨਾ ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਨਾਲ ਜੁੜਦੇ ਹਨ, ਨਾ ਗਿਆਨ ਅਤੇ ਨਾ ਹੀ ਵੈਰਾਗ ਪੈਦਾ ਹੁੰਦਾ ਹੈ ਉਹਨਾਂ ਦੇ ਅੰਦਰ। ਸੇ ਸੋਚਨ ਕੇ ਜੋਗ ਕੁਭਾਗੇ। ਅਜਿਹੇ ਪੁਰਖ ਜਦੋਂ ਮਰਦੇ ਹਨ ਨਾ, ਖੋਟੇ ਭਾਗਾਂ ਵਾਲੇ, ਉਹ ਸੋਗ ਕਰਨ ਦੇ ਯੋਗ ਹੁੰਦੇ ਹਨ। ਸੰਗਤ ਜੀ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਨਾ ਸ਼੍ਰੀ ਨਾਨਕ ਪ੍ਰਕਾਸ਼ ਦੇ ਅੰਦਰ ਵੀ ਅਜਿਹੇ ਮਨੁੱਖਾਂ ਦਾ ਜ਼ਿਕਰ ਕੀਤਾ ਹੈ। ਤਪ ਕੀਏ ਜਿਨਹਿ ਸੁਬਾਸਨਾ, ਅਨਕ ਜਨਮ ਤਰ ਸੋਏ, ਪਾਏ ਰਾਜ ਫੁਨ ਵਿਖੈ ਫਸ, ਨਰਕ ਗਮਨ ਫਨ ਹੋਏ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਕਿ ਬਾਸਨਾ ਦੇ ਸਹਿਤ, ਕਾਮਨਾ ਦੇ ਸਹਿਤ ਜਦੋਂ ਕੋਈ ਮਨੁੱਖ ਰਾਜ ਭਾਗ ਦੀ ਕਾਮਨਾ ਰੱਖ ਕੇ ਭਗਤੀ ਕਰਦਾ ਹੈ, ਤੇ ਅਗਲਾ ਜਨਮ ਪਰਮੇਸ਼ਰ ਉਸ ਨੂੰ ਰਾਜ ਭਾਗ ਦਾ ਬਖਸ਼ਿਸ਼ ਕਰ ਦਿੰਦਾ ਹੈ। ਪਰ ਪਿਛਲੇ ਜਨਮ ਦੀ ਭਗਤੀ ਦਾ ਕਰਕੇ ਉਸ ਨੂੰ ਰਾਜ ਭਾਗ ਤਾਂ ਮਿਲ ਜਾਂਦਾ, ਪਰ ਉਹ ਰਾਜ ਭਾਗ ਦੀ ਪ੍ਰਾਪਤੀ ਕਰਕੇ ਨਾ ਅਗਲੇ ਜਨਮ ਦੇ ਵਿੱਚ ਤੇ ਪਾਏ ਰਾਜ ਫੁਨ ਵਿਖੇ ਫਸ, ਵਿਸ਼ਿਆਂ ਵਿਕਾਰਾਂ ਦੇ ਵਿੱਚ ਫਸ ਕਰਕੇ ਨਾ ਪਰਮੇਸ਼ਰ ਨੂੰ ਜਦੋਂ ਭੁੱਲ ਜਾਂਦਾ ਤੇ ਫਿਰ ਅਗਲਾ ਜਨਮ ਨਰਕ ਗਮਨ ਪੁਨ ਹੋਏ, ਨਰਕਾਂ ਦਾ ਭਾਗੀ ਬਣ ਜਾਂਦਾ ਹੈ। ਨਰ ਤਨ ਜਿਨਹੁ ਅਕਾਰਥ ਖੋਵਾ। ਇਹ ਸਮਾਤ ਲੋਕ ਧਿਆਨ ਕਰਕੇ ਮਨੁੱਖਾ ਜਨਮ ਜਿਨ੍ਹਾਂ ਮਨੁੱਖਾਂ ਨੇ ਵਿਅਰਥ ਗਵਾ ਲਿਆ। ਸਤਨਾਮ ਨਹਿ ਸਿਮਰਨ ਹੋਵਾ। ਜਿਨ੍ਹਾਂ ਦੇ ਕੋਲੋਂ ਪਰਮੇਸ਼ਰ ਦਾ ਸਿਮਰਨ ਨਹੀਂ ਹੁੰਦਾ। ਫਾਸੀ ਪਰੇ ਗਏ ਜਮ ਲੋਗ। ਜਦੋਂ ਅਜਿਹੇ ਮਨੁੱਖ ਮਰਦੇ ਹਨ ਤੇ ਜਮਾਂ ਦੀਆਂ ਫਾਹੀਆਂ ਗਲ ਦੇ ਵਿੱਚ ਪੈਂਦੀਆਂ ਹਨ। ਸੋ ਮੂਰਖ ਸੋਚਨ ਕੇ ਜੋਗ। ਅਜਿਹੇ ਮੂਰਖ ਮਨੁੱਖ ਸੋਗ ਕਰਨ ਦੇ ਲਾਇਕ ਹੁੰਦੇ ਹਨ। ਮਰ ਕਰ ਬਹੁ ਜੋਨੀ ਪਰਮਾਵੈ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੇ। ਅਜਿਹੇ ਮਨੁੱਖ ਜਦੋਂ ਭੈੜੇ ਕਰਮ ਕਰਕੇ ਮਰਦੇ ਹਨ ਨਾ, ਤਾਂ ਫਿਰ ਵਾਰ-ਵਾਰ ਇਸ ਮਾਤ ਲੋਕ ਤੇ ਜੂਨੀਆਂ ਪਾ ਕਰਕੇ ਆਉਂਦੇ ਹਨ ਤੇ ਵਾਰ-ਵਾਰ ਜੂਨੀਆਂ ਦਾ ਭੋਗ ਕਰਕੇ ਮਰਦੇ ਹਨ। ਕਰੇ ਪਾਪ ਕੈ ਨਰਕ ਸਿਧਾਵੈ। ਤੇ ਪਾਪ ਕਰਮ ਕਰਕੇ ਓੜਕ ਨੂੰ ਨਰਕਾਂ ਦੇ ਵਿੱਚ ਜਾਂਦੇ ਹਨ। ਜਿਨ ਕਬਹੂ ਸਤ ਸੰਗ ਨ ਕਰੇ। ਜਿਨ੍ਹਾਂ ਮਨੁੱਖਾਂ ਨੇ ਕਦੇ ਵੀ ਗੁਰੂ ਦੀ ਹਜ਼ੂਰੀ ਦੇ ਵਿੱਚ ਆਣ ਕਰਕੇ ਸਤ ਸੰਗ ਨਹੀਂ ਕੀਤੀ ਹੁੰਦੀ, ਸੇ ਸੋਚਨ ਕੇ ਜੋਗ ਜੇ ਮਰੇ। ਅਜਿਹੇ ਮਨੁੱਖ ਜਦੋਂ ਮਰਦੇ ਹਨ ਨਾ, ਉਹ ਸੋਗ ਕਰਨ ਦੇ ਯੋਗ ਹੁੰਦੇ ਹਨ। ਗੁਰ ਸ਼ਰਦਾ ਔਰ ਜਿਨ ਕੇ ਨਾਹੇ ਨਾ। ਗੁਰੂ ਦੇ ਪ੍ਰਤੀ ਸ਼ਰਧਾ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਦੇ ਵਿੱਚ ਕਦੀ ਪੈਦਾ ਹੀ ਨਹੀਂ ਹੁੰਦੀ। ਤ੍ਰਿਸ਼ਨਾ ਤੇ ਮਨ ਵਰਜਿਓ ਜਾਹੇ ਨਾ। ਤੇ ਸਾਰੀ ਉਮਰ ਉਹਨਾਂ ਦਾ ਮਨ ਤ੍ਰਿਸ਼ਨਾ ਦੇ ਅਧੀਨ ਭੈੜੇ ਕਰਮ ਕਰਦਾ ਰਹਿੰਦਾ ਹੈ। ਤ੍ਰਿਸ਼ਨਾ ਦੇ ਵੱਲੋਂ ਕਦੀ ਮਨ ਨੂੰ ਵਰਜਦੇ ਹੀ ਨਹੀਂ ਹਨ। ਗੁਣ ਤਾਜੇ ਅਵਗੁਣ ਸੰਗ੍ਰਹਿ ਕਰੇ। ਅਜਿਹੇ ਮਨੁੱਖ ਗੁਣਾਂ ਨੂੰ ਛੱਡ ਕੇ ਤੇ ਸਾਰੀ ਉਮਰ ਔਗਣ ਹੀ ਇਕੱਠੇ ਕਰਦੇ ਰਹਿੰਦੇ ਹਨ। ਸੇ ਸੋਚਨ ਕੇ ਜੋਗ ਜੇ ਮਰੇ। ਅਜਿਹੇ ਪੁਰਖ ਜਦੋਂ ਮਰਦੇ ਹਨ ਨਾ, ਉਹ ਸੋਗ
ਆਪਣੇ ਗੁਣਾਂ ਦਾ ਔਗਣਾਂ ਦੇ ਹੰਕਾਰ ਦੇ ਵਿੱਚ ਹੀ ਰੁੱਝੇ ਰਹਿੰਦੇ ਹਨ। ਗੁਰ ਹਰਿ ਕੀ ਲਖੇ ਨਾ ਵਡਿਆਈ, ਗੁਰੂ ਅਤੇ ਪਰਮੇਸ਼ਰ ਦੀ ਵਡਿਆਈ ਨੂੰ ਉਹ ਜਾਣਦੇ ਨਹੀਂ ਹਨ। ਸੇ ਸੋਚਨ ਕੇ ਜੋਗ ਸਦਾਈ, ਅਜਿਹੇ ਮਨੁੱਖ ਸਦੀਵ ਕਾਲ ਸੋਗ ਕਰਨ ਦੇ ਯੋਗ ਹੁੰਦੇ ਹਨ ਜਦੋਂ ਉਹ ਮਰਦੇ ਹਨ। ਇਸ ਜਗ ਅਰ ਪਰ ਲੋਕ ਮਜਾਰੇ, ਇਸ ਲਈ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸੰਗਤ ਜੀ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਪ੍ਰਤੱਖ ਹਨ। ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵਹੁ ਸਾਕਤ ਵਾਪਰੇ, ਜੋ ਹਾਟੇ ਹਾਟ ਵਿਕਾਏ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸੰਗਤ ਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਦੇ ਉੱਪਰ ਅਤੇ ਪਰਲੋਕ ਦੇ ਵਿੱਚ ਸਤਿਗੁਰ ਸਦਾ ਸਹਾਈ ਹਮਾਰੇ, ਉਹ ਤਾਂ ਸਦੀਵ ਕਾਲ ਸਾਡੇ ਸਦਾਈ ਸਹਾਈ ਹਨ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਸਿਮਰਨ ਕਰੇ ਦਰਸ ਦੈ ਆਨ, ਉਹ ਤਾਂ ਅੱਜ ਵੀ ਹਾਜ਼ਰ ਨਾਜ਼ਰ ਹਨ। ਜਿਹੜਾ ਵੀ ਮਨੁੱਖ ਉਹਨਾਂ ਨੂੰ ਸ਼ਰਧਾ ਪਿਆਰ ਭਾਵਨਾ ਦੇ ਨਾਲ ਯਾਦ ਕਰਦਾ, ਉਹਨਾਂ ਦੀ ਬੰਦਗੀ ਕਰਦਾ, ਉਹ ਉਸ ਨੂੰ ਆਣ ਕੇ ਦਰਸ਼ਨ ਦਿੰਦੇ ਹਨ। ਸੇ ਕਿਉ ਸੋਚਨ ਜੋਗ ਮਹਾਨ, ਐਸੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਬਹੁਤ ਮਹਾਨ ਹਨ, ਉਹ ਸੋਗ ਕਰਨ ਦੇ ਯੋਗ ਕਿਵੇਂ ਹਨ? ਬੰਧਨ ਕਰੋ ਕਰਾਹੋ ਕਰਾਵੋ। ਇਸ ਲਈ ਸੰਗਤ ਜੀ, ਤੁਸੀਂ ਵੀ ਸਾਰੇ ਸੱਚੇ ਪਾਤਸ਼ਾਹ ਜੀ ਦੇ ਚਰਣਾ ਕਮਲਾਂ ਦਾ ਧਿਆਨ ਧਰੋ ਤੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਾਵੋ। ਕੀਰਤਨ ਸੁਨੋ ਆਨੰਦ ਉਪਾਵੋ, ਸੱਚੇ ਪਾਤਸ਼ਾਹ ਜੀ ਦੀ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਕਰੋ ਅਤੇ ਸੁਣੋ ਅਤੇ ਆਪਣੇ ਹਿਰਦੇ ਅੰਦਰ ਆਨੰਦ ਖੁਸ਼ੀ ਪੈਦਾ ਕਰੋ। ਸਿਮਰੇ ਨਿਤ ਹਾਜ਼ਰ ਗੁਰ ਆਹੈ, ਜੋ ਵੀ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੇਗਾ, ਸੱਚੇ ਪਾਤਸ਼ਾਹ ਜੀ ਤਾਂ ਉਸ ਦੇ ਵਾਸਤੇ ਪ੍ਰਤੱਖ ਹਾਜ਼ਰ ਨਾਜ਼ਰ ਹਨ। ਪਰਮ ਪ੍ਰੇਮ ਮਨ ਕੋ ਸਭ ਲਹੈ, ਕਟ ਕਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ ਦੇ ਮਾਲਕ ਹਨ ਸਤਿਗੁਰੂ। ਉਹ ਸਾਰਿਆਂ ਦੇ ਦਿਲਾਂ ਦੇ ਪ੍ਰੇਮ ਭਾਵਨਾ ਨੂੰ ਜਾਣਨ ਵਾਲੇ ਹਨ। ਦ੍ਰਿਸ਼ਟਮਾਨ ਹੈ ਜਿਤਿਕ ਆਕਾਰ, ਦ੍ਰਿਸ਼ਟਮਾਨ ਹੈ ਸਗਲ ਮਿਥੇਨਾ, ਇਕ ਮੰਗੋ ਦਾਨ ਗੋਬਿੰਦ ਸੰਤਰੇਨਾ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸੰਗਤ ਜੀ, ਦ੍ਰਿਸ਼ਟਮਾਨ ਇਹ ਸੰਸਾਰ ਜੋ ਸਾਰਾ ਦਿਖਾਈ ਦੇ ਰਿਹਾ ਹੈ, ਸਭ ਕੂਰੇ ਹੈ ਬਿਨਸ ਨਿਹਾਰ, ਇਹ ਸਭ ਝੂਠਾ ਹੈ ਤੇ ਨਾਸਵੰਤ ਹੈ। ਇਨ ਸੋ ਮੋਹ ਕਰੇ ਅਗਿਆਨੀ, ਜੋ ਜੀਵ ਅਗਿਆਨਤਾ ਦੇ ਵਸ ਇਸ ਦੇ ਨਾਲ ਮੋਹ ਕਰਦਾ ਹੈ, ਜੋ ਲਖਿਅਤ ਹੈ ਸੁਪਨ ਸਮਾਨੀ। ਪਰ ਜੋ ਗਿਆਨਵਾਨ ਪੁਰਖ ਹੁੰਦੇ ਹਨ, ਉਹ ਜਾਣ ਲੈਂਦੇ ਹਨ ਕਿ ਜਗ ਰਚਨਾ ਸਭ ਝੂਠ ਹੈ। ਜਾਨ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹੈ, ਜਿਉ ਬਾਲੂ ਕੀ ਭੀਤ, ਇਹ ਸੰਸਾਰ ਸੁਪਨੇ ਦੇ ਸਮਾਨ ਹੈ। ਤੁਮ ਕੋ ਉਚਿਤ ਨ ਐਸੇ ਕਰਬੇ, ਇਸ ਲਈ ਸੰਗਤ ਜੀ, ਆਪ ਜੀ ਨੂੰ ਯੋਗ ਨਹੀਂ ਇਸ ਤਰ੍ਹਾਂ ਕਰਨਾ। ਹਰਖ ਸ਼ੋਕ ਅਗਿਆਨੀ ਧਰਬੇ, ਇਸ ਤਰ੍ਹਾਂ ਤਾਂ ਅਗਿਆਨੀ ਮਨੁੱਖ ਕਰਦੇ ਹਨ ਕਿ ਬਹੁਤ ਜ਼ਿਆਦੀ ਖੁਸ਼ੀ ਆਈ, ਹਰਖ ਆਇਆ ਤਾਂ ਪਰਮੇਸ਼ਰ ਨੂੰ ਭੁੱਲ ਗਏ, ਬਹੁਤ ਜ਼ਿਆਦਾ ਦੁੱਖ ਆਇਆ ਤਾਂ ਪਰਮੇਸ਼ਰ ਨੂੰ ਭੁੱਲ ਗਏ। ਤਖਤ ਬੈਠ ਅਬ ਸਿੱਖ ਉਧਾਰੋ, ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ, ਆਪ ਜੀ ਹੁਣ ਗੁਰਤਾ ਗੱਦੀ ਦੇ ਤਖਤ ਉੱਪਰ ਬਿਰਾਜਮਾਨ ਹੋ ਕਰਕੇ ਉਪਦੇਸ਼ ਦੇ ਕਰਕੇ ਸਿੱਖ ਸੰਗਤਾਂ ਦਾ ਉਧਾਰ ਕਰਨਾ ਕਰੋ। ਸ਼ਤਰੂ ਗਨ ਜੇ ਸਕਲ ਸੰਘਾਰੋ, ਤੇ ਜੋ ਗੁਰੂ ਘਰ ਦੇ ਬਹੁਤ ਵੱਡੇ ਦੁਸ਼ਮਣ ਹਨ ਨਾ, ਚੰਦੂ ਪਾਪੀ ਵਰਗੇ, ਉਹਨਾਂ ਸਾਰਿਆਂ ਦਾ ਨਾਸ਼ ਕਰੋ। ਹਿਮ ਸੁਨ ਕੈ ਬ੍ਰਿਧ ਕੇ ਬਚਕਾਨ, ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਸੁਣ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸ੍ਰੀ ਹਰਗੋਬਿੰਦ ਭੇ ਸਵਧਾਨ, ਸੱਚੇ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ। ਪੰਜ ਸਿੱਖ ਕੋ ਬੂਝਨ ਲਾਗੇ, ਫਿਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਪੰਜ ਸਿੱਖ
ਲਾਹੌਰ ਤੋਂ ਆਏ ਸਨ ਨਾ, ਉਹਨਾਂ ਨੂੰ ਪੁੱਛਣ ਲੱਗੇ। ਕਹਿਓ ਅੰਤ ਜਿਮ ਕਹੋ ਹਮ ਆਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਗੁਰਸਿੱਖੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ, ਸ਼ਹਾਦਤ ਪ੍ਰਾਪਤ ਕਰਨ ਤੋਂ ਪਹਿਲਾਂ ਜੋ ਸਾਡੇ ਵਾਸਤੇ ਆਗਿਆ ਹੁਕਮ ਭੇਜਿਆ ਹੈ ਉਹ ਦੱਸਣਾ ਕਰੋ। ਸੁਨਤ ਪੇਰਾ ਨਾ ਕਹਿ ਮ੍ਰਿਦ ਬਾਨੀ। ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਤੇ ਬੜੇ ਕੋਮਲ ਬਚਨਾਂ ਦੇ ਨਾਲ ਭਾਈ ਪ੍ਰਾਣਾ ਜੀ ਕਹਿਣ ਲੱਗੇ ਹਿਮ ਸ਼੍ਰੀ ਸਤਿਗੁਰ ਤੁਮਹਿ ਵਖਾਨੀ। ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪ੍ਰਤੀ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਗਿਆ ਕੀਤੀ ਹੈ। ਹਰ ਗੋਬਿੰਦ ਸੰਗ ਜਾਏ ਮਿਲੀ ਜੈ। ਸਾਨੂੰ ਹੁਕਮ ਕੀਤਾ ਸੀ ਕਿ ਤੁਸੀਂ ਹੁਣ ਜਾ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲੋ। ਹਮ ਦਿਸ਼ ਤੇ ਬੋ ਧੀਰਜ ਤੇ ਦੀਜੈ। ਸਾਡੀ ਤਰਫ ਤੋਂ ਬਹੁਤ ਤਰ੍ਹਾਂ ਕਰਕੇ ਸਤਿਗੁਰਾਂ ਨੂੰ ਧੀਰਜ ਦੇਣੀ। ਕਰੋ ਨਾ ਸ਼ੋਕ ਗੋਬਿੰਦ ਗੁਣ ਗਾਵੋ। ਉਹਨਾਂ ਨੂੰ ਕਹਿਣਾ ਕਿ ਕਿਸੇ ਤਰ੍ਹਾਂ ਦਾ ਸੋਗ ਨਹੀਂ ਕਰਨਾ ਤੇ ਸਾਰਿਆਂ ਨੇ ਮਿਲ ਕਰਕੇ ਬਾਣੀ ਪੜ੍ਹਨੀ, ਕੀਰਤਨ ਕਰਨਾ ਅਤੇ ਸੁਣਨਾ। ਅਪਰ ਸਕਲ ਕੋ ਕਹੋ ਮਿਟਾਵੋ। ਤੇ ਆਪ ਜੀ ਦੇ ਪ੍ਰਤੀ ਆਗਿਆ ਕੀਤੀ ਸੀ ਕਿ ਜੇ ਕੋਈ ਸੰਗਤ ਦੇ ਵਿੱਚ ਰੁਦਨ ਕਰੇ, ਸ਼ੋਗ ਕਰੇ ਤੇ ਉਸ ਨੂੰ ਵੀ ਵਰਜ ਦੇਣਾ। ਸਾਜੁਦ ਹੋ ਤਖਤ ਪਰ ਰਾਜੋ। ਦੂਸਰੀ ਆਗਿਆ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਦੇ ਪ੍ਰਤੀ ਕੀਤੀ ਹੈ। ਭਾਈ ਪ੍ਰਾਣਾ ਜੀ ਕਹਿ ਰਹੇ ਹਨ ਛੇਵੇਂ ਪਾਤਸ਼ਾਹ ਜੀ ਨੂੰ ਕਿ ਆਪ ਜੀ ਸ਼ਸਤਰਧਾਰੀ ਹੋ ਕਰਕੇ ਤੇ ਗੁਰਤਾ ਗੱਦੀ ਦੇ ਤਖਤ ਉੱਪਰ ਬਿਰਾਜਮਾਨ ਹੋਵੋ। ਜਥਾ ਸ਼ਕਤ ਸੈਨਾ ਸੰਗ ਸਾਜੋ। ਤੇ ਲੋੜ ਮੁਤਾਬਕ ਆਪਣੇ ਨਾਲ ਫੌਜ ਭਰਤੀ ਕਰੋ। ਪ੍ਰਥਮ ਚੰਦੂ ਤੇ ਪਲਟਾ ਲੀਜੈ। ਸਾਰਿਆਂ ਤੋਂ ਪਹਿਲਾਂ ਫੌਜ ਭਰਤੀ ਕਰਕੇ ਤੇ ਚੰਦੂ ਦੇ ਕੋਲੋਂ ਬਦਲਾ ਲੈਣਾ ਹੈ। ਅਤੋ ਕੁਮੋਤ ਮਹਾ ਦੁਖ ਦੀਜੈ। ਬਹੁਤ ਭਾਰੀ ਦੁੱਖ ਦੇ ਕਰਕੇ ਚੰਦੂ ਪਾਪੀ ਨੂੰ ਤੇ ਖੋਟੀ ਮੌਤ ਮਾਰਨਾ ਹੈ। ਸ੍ਰੀ ਗੁਰੂ ਅਮਰਦਾਸ ਕੀ ਅੰਸ। ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਜੋ ਰਹਿ ਰਹੇ ਹਨ ਨਾ, ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਅੰਸ ਬੰਸ। ਨਿਕਟ ਹਕਾਰੋ ਕੁਲ ਅਵਤੰਸ। ਤੇ ਉਹਨਾਂ ਨੂੰ ਵੀ ਸਾਰਿਆਂ ਨੂੰ ਸੁਨੇਹਾ ਭੇਜ ਕਰਕੇ ਕੋਲ ਬੁਲਾ ਲੈਣਾ। ਪ੍ਰਥਮ ਰੀਤ ਕਰ ਲੀਜੈ ਟੀਕਾ। ਤੇ ਸਾਰਿਆਂ ਤੋਂ ਪਹਿਲਾਂ ਭਾਈ ਪ੍ਰਾਣਾ ਜੀ ਕਹਿ ਰਹੇ ਹਨ ਕਿ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੂੰ ਕਹਿ ਰਹੇ ਹਨ ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਗੁਰਤਾ ਗੱਦੀ ਦੇ ਤਖਤ ਉੱਪਰ ਬਿਰਾਜਮਾਨ ਹੋ ਕਰਕੇ ਨਾ ਤੇ ਗੁਰਤਾ ਗੱਦੀ ਦਾ ਤਿਲਕ ਲੈਣਾ। ਸਕਲ ਬੜਿਨ ਸੰਗ ਕਹਿ ਬਚਨੀਕਾ। ਤੇ ਸਾਰਿਆਂ ਤੋਂ ਵੱਡੇ ਜੋ ਬਾਬਾ ਬੁੱਢਾ ਸਾਹਿਬ ਜੀ ਹਨ, ਗੁਰਤਾ ਗੱਦੀ ਦਾ ਤਿਲਕ ਦੇਣ ਵਾਸਤੇ ਉਹਨਾਂ ਨੂੰ ਬੇਨਤੀ ਕਰਨੀ। ਬ੍ਰਿਧ ਆਦਿਕ ਸਿੱਖਨ ਸਨਮਾਨੋ। ਤੇ ਬਾਬਾ ਬੁੱਢਾ ਸਾਹਿਬ ਜੀ ਅਤੇ ਹੋਰ ਸਮੂਹ ਸਿੱਖਾਂ ਦਾ ਸਨਮਾਨ ਰੱਖਣਾ। ਪੁਰਾ ਗੁਰਨ ਕੀ ਰੀਤ ਪਰਮਾਨੋ। ਤੇ ਗੁਰਤਾ ਗੱਦੀ ਦੇ ਤਖਤ ਉੱਪਰ ਬਿਰਾਜਮਾਨ ਹੋ ਕਰਕੇ ਨਾ ਜੋ ਪਹਿਲੇ ਗੁਰਾਂ ਵੱਲੋਂ ਗੁਰੂ ਘਰ ਦੀ ਰੀਤ ਚੱਲੀ ਆਈ ਹੈ ਨਾ, ਸਿੱਖ ਸੰਗਤਾਂ ਨੂੰ ਉਪਦੇਸ਼ ਦੇਣਾ, ਉਹਨਾਂ ਦੀਆਂ ਬੇਨਤੀਆਂ ਸੁਣਨੀਆਂ, ਇਸ ਤਰ੍ਹਾਂ ਇਸ ਰੀਤ ਨੂੰ ਪ੍ਰਮਾਣਿਕ ਰੱਖਣਾ। ਨਈ ਰੀਤ ਇਕ ਰਨ ਕੀ ਕੀਜੈ। ਭਾਈ ਪ੍ਰਾਣਾ ਜੀ ਕਹਿ ਰਹੇ ਹਨ ਕਿ ਸੱਚੇ ਪਾਤਸ਼ਾਹ ਇੱਕ ਆਗਿਆ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਦੇ ਪ੍ਰਤੀ ਹੋਰ ਕੀਤੀ ਹੈ ਕਿ ਇੱਕ ਨਵੀਂ ਰੀਤੀ ਆਰੰਭ ਕਰਨੀ ਹੈ, ਫੌਜ ਭਰਤੀ ਕਰਨੀ ਹੈ। ਅਪਰ ਪ੍ਰਥਮ ਸਮਗਤੀ ਚਲੀਜੈ। ਤੇ ਬਾਕੀ ਜੋ ਪਹਿਲਾਂ ਵਾਂਗ ਪਹਿਲੇ ਗੁਰੂ ਸਾਹਿਬਾਨ ਜੀ ਗੁਰਤਾ ਗੱਦੀ ਉੱਪਰ ਬੈਠ ਕਰਕੇ ਕਾਰਜ ਕਰਦੇ ਆਏ ਹਨ ਨਾ, ਉਹ ਕਾਰਜ ਵੀ ਬਰਕਰਾਰ ਰੱਖਣੇ ਹਨ। ਦਾਹੋ ਦੇਹ ਨ ਕਰੋ ਹਮਾਰੀ। ਤੇ ਛੇਵੇਂ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਭਾਈ ਪ੍ਰਾਣਾ ਜੀ ਕਹਿਣ ਲੱਗੇ ਕਿ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤ ਪ੍ਰਾਪਤ ਕਰਨ ਤੋਂ ਪਹਿਲਾਂ ਕਿਹਾ ਸੀ ਕਿ ਸਾਡੇ ਸਰੀਰ ਦਾ ਸੰਸਕਾਰ ਨਹੀਂ ਕਰਨਾ। ਦਿਹੋ ਪ੍ਰਵਾਹ ਸਲਤਾ ਬਾਰੀ। ਸਾਡੇ ਸਰੀਰ ਨੂੰ ਰਾਵੀ ਦਰਿਆ ਦੇ ਵਿੱਚ ਹੀ ਪ੍ਰਵਾਹ ਕਰ ਦੇਣਾ। ਦਰਸ਼ਨ ਹਮਰੋ ਹੈ ਦਰਿਆਓ। ਇਹ ਜੋ ਰਾਵੀ ਦਰਿਆ ਹੈ ਨਾ, ਇਹ ਹੀ ਸਾਡਾ ਦਰਸ਼ਨ ਹੈ। ਸਿਰ ਉੱਤਰ ਦਿਸ ਦਰਸ਼ਨ ਪਾਉ। ਤੇ ਰਾਵੀ ਦਰਿਆ ਦਾ ਜੋ ਉੱਤਰ ਵਾਲਾ ਪਾਸਾ, ਇਸ ਪਾਸੇ ਸਾਡੇ ਸਿਰ ਨੂੰ ਜਾਣਨਾ
ਤੇ ਜੋ ਦੱਖਣ ਦੀ ਦਿਸ਼ਾ ਹੈ ਉਸ ਪਾਸੇ ਸਾਡੇ ਚਰਣਾ ਕਮਲਾਂ ਨੂੰ ਜਾਣਨਾ। ਸੂਰ ਹੈ 763 ਗਿਨ ਸੰਮਤ 1663 ਬਿਕਰਮੀ ਸੰਮਤ ਨੂੰ। ਜੇਸ਼ਠ ਸੁਦੀ ਚੌਥ ਹਰ ਸੰਮਤ ਜੇਠ ਮਹੀਨੇ ਦੀ ਚੌਥ ਸੁਦੀ ਨੂੰ ਸੱਚੇ ਪਾਤਸ਼ਾਹ ਜੀ ਸੱਚਖੰਡ ਪਿਆਨਾ ਕਰ ਗਏ ਸਨ। ਮਹਾਪਾਤ ਕੀ ਸ਼ਤਰੂ ਚੰਦੂ ਸੱਚੇ ਪਾਤਸ਼ਾਹ ਜੀ ਜੋ ਬਹੁਤ ਵੱਡਾ ਪਾਪੀ ਦੁਸ਼ਟ ਚੰਦੂ ਹੈ, ਦਈ ਸਜਾਏ ਅਨੇਕ ਬਿਲੰਦ ਉਸ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਭਾਰੀ ਸਜ਼ਾਵਾਂ ਦਿੱਤੀਆਂ। 5 ਦਿਵਸ ਲੋ ਖਾਏ ਨਾ ਪੀਓ 5 ਦਿਨ ਤੱਕ ਉਸ ਨੇ ਆਪਣੀ ਹਵੇਲੀ ਦੇ ਵਿੱਚ ਕੈਦ ਰੱਖਿਆ। ਨਾ ਸੱਚੇ ਪਾਤਸ਼ਾਹ ਜੀ ਨੂੰ ਛਕਣ ਵਾਸਤੇ ਭੋਜਨ ਦਿੱਤਾ ਤੇ ਨਾ ਛਕਣ ਵਾਸਤੇ ਜਲ ਹੀ ਦਿੱਤਾ। ਨਹੀਂ ਦੁਸ਼ਟ ਨੇ ਆਦਰ ਕੀਓ ਤੇ ਉਸ ਦੁਸ਼ਟ ਨੇ ਕਿਸੇ ਵੀ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਨਹੀਂ ਸੀ ਕੀਤਾ। ਜਿਉਂ ਕਿਉਂ ਘਾਤ ਕਰੋ ਤਿਸ ਕੇਰਾ ਇਸ ਲਈ ਸੱਚੇ ਪਾਤਸ਼ਾਹ ਜੀ ਜਿਵੇਂ ਕਿਵੇਂ ਵੀ ਹੋ ਸਕੇ ਉਸ ਨੂੰ ਮਾਰ ਨਾ ਕਰੋ। ਦੁਖ ਦੇ ਜਗ ਬਿਦਤਾਏ ਬਡੇਰਾ ਤੇ ਜਗ ਦੇ ਵਿੱਚ ਇਹ ਪ੍ਰਗਟ ਹੋਵੇ ਉਸ ਨੂੰ ਬਹੁਤ ਭਾਰੀ ਦੁੱਖ ਦੇ ਕਰਕੇ ਮਾਰ ਨਾ ਕਰੋ। ਪਿਤਾ ਬੈਰ ਕੋ ਉਚਿਤ ਸੋ ਲੈਬਾ ਤੇ ਆਪ ਜੀ ਨੂੰ ਆਪਣੇ ਪਿਤਾ ਦਾ ਵੈਰ ਲੈਣਾ ਯੋਗ ਹੈ। ਪੂਰਬ ਘੋਰ ਸਜਾਏ ਨ ਦੈਬਾ ਪਰ ਮਾਰਨ ਤੋਂ ਪਹਿਲਾਂ ਉਸ ਨੂੰ ਬਹੁਤ ਭਾਰੀ ਭਿਆਨਕ ਸਜ਼ਾਵਾਂ ਵੀ ਦੇਣੀਆਂ ਹਨ। ਬਿਸ਼ਟਾ ਮੇ ਰੁਲਾਏ ਕਰ ਮਾਰੋ ਗੰਦਗੀ ਦੇ ਵਿੱਚ ਰੋਲ ਰੋਲ ਕਰਕੇ ਚੰਦੂ ਦੁਸ਼ਟ ਨੂੰ ਮਾਰਨਾ ਹੈ। ਤੀਬਰ ਪੀਰ ਨਰਕਨ ਮਹਿ ਡਾਰੋ ਬਹੁਤ ਭਾਰੀ ਪੀੜਾ ਦੇ ਕਰਕੇ ਫਿਰ ਉਸ ਨੂੰ ਨਰਕਾਂ ਦੇ ਵਿੱਚ ਪਾਉਣਾ ਹੈ। ਕਾਲ ਕਲਪ ਕਰ ਪੁਣੇ ਨ ਜਾਵਦ ਤੇ ਜਦੋਂ ਤੱਕ ਉਸ ਦਾ ਆਖਰੀ ਸਾਹ ਨਾ ਨਿਕਲ ਜਾਵੇ, ਲਹੇ ਸਜਾਏ ਨਰਕ ਕੀ ਤਾਵਦ ਆਖਰੀ ਸਾਹ ਨਿਕਲਣ ਤੋਂ ਪਹਿਲਾਂ ਉਹ ਇਸ ਮਾਤ ਲੋਕ ਤੇ ਸਜ਼ਾਵਾਂ ਲਵੇ ਤੇ ਜਦੋਂ ਉਸ ਦਾ ਸਾਹ ਨਿਕਲ ਜਾਵੇ ਉਸ ਦੀ ਆਤਮਾ ਨਰਕਾਂ ਦੇ ਵਿੱਚ ਜਾ ਕਰਕੇ ਨਰਕ ਭੋਗੇ। ਕਰੀ ਅਵਗਿਆ ਕੋ ਫਲ ਭਾਰੀ ਸੱਚੇ ਪਾਤਸ਼ਾਹ ਜੀ ਦੀ ਜੋ ਉਸ ਨੇ ਬੇਅਦਬੀ ਕੀਤੀ ਹੈ ਉਸ ਨੂੰ ਭਾਰੀ ਫਲ ਮਿਲੇ। ਤਉ ਨ ਨਿਬਟੈ ਬਾਕੀ ਸਾਰੀ ਤਾਂ ਜਾ ਕਰਕੇ ਉਸ ਦੇ ਕੀਤੇ ਪਾਪ ਦਾ ਹਿਸਾਬ ਕਿਤਾਬ ਬਰਾਬਰ ਹੋਵੇਗਾ, ਬਾਕੀ ਨਹੀਂ ਰਵੇਗਾ। ਸੁਨਤ ਪਿਰਾਣੇ ਕੇ ਬਚ ਬ੍ਰਿੰਦ ਭਾਈ ਪ੍ਰਾਣਾ ਜੀ ਦੇ ਬਚਨ ਸੁਣ ਕਰਕੇ ਸੱਚੇ ਪਾਤਸ਼ਾਹ ਜੀ ਤਬ ਰਿਸ਼ਤੇ ਸ੍ਰੀ ਹਰਗੋਬਿੰਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਭਾਰੀ ਵੀਰ ਰਸ ਦੇ ਵਿੱਚ ਆ ਗਏ। ਫਰਕੀ ਦੋਨੋਂ ਬਾਹੋ ਵਿਸਾਲਾ ਸੱਚੇ ਪਾਤਸ਼ਾਹ ਜੀ ਦੀਆਂ ਦੋਵੇਂ ਹੀ ਬਾਹਾਂ ਫਰਕਣ ਲੱਗ ਪਈਆਂ। ਦ੍ਰਿਗ ਜਲ ਹੋਤ ਅਦਰ ਚਲ ਚਾਲਾ ਨੇਤਰਾਂ ਦੇ ਵਿੱਚੋਂ ਜਲ ਵਹਿ ਰਿਹਾ ਹੈ ਅਤੇ ਹੋਂਠ ਫਰਕ ਰਹੇ ਹਨ। ਬਦਨ ਬਿਲੋਚਨ ਲਾਲ ਕਰਾਲੇ ਮੁਖ ਦਾ ਰੰਗ ਲਾਲ ਅਤੇ ਭਿਆਨਕ ਜਿਹਾ ਹੋ ਗਿਆ। ਫਿਰ ਕੁੱਟੀ ਬੰਕ ਚਾਪ ਕੀ ਤੇ ਢਾਲੇ ਸੱਚੇ ਪਾਤਸ਼ਾਹ ਜੀ ਦੇ ਜੋ ਪਿਰਕੁੱਟੇ ਹਨ ਭਵੱਟੇ ਹਨ ਉਹ ਜਿਵੇਂ ਧਨੁੱਖ ਹਿੱਲਦਾ ਹੈ ਨਾ ਐਵੇਂ ਹੋਣ ਲੱਗ ਪਏ। ਸਭ ਕੇ ਸੁਨਤ ਕ੍ਰੋਧ ਕਰ ਬੋਲੇ ਭਰੀ ਸੰਗਤ ਦੇ ਵਿੱਚ ਸੱਚੇ ਪਾਤਸ਼ਾਹ ਜੀ ਵੀਰ ਰਸ ਦੇ ਵਿੱਚ ਆਣ ਕਰਕੇ ਇਸ ਤਰ੍ਹਾਂ ਕਹਿਣ ਲੱਗੇ, ਕਰੇ ਕ੍ਰਿਤ ਪਿਤ ਆਇਸ ਕੋਲੇ ਕਿ ਸੰਗਤ ਜੀ ਅਸੀਂ ਵਾਦਾ ਕਰਦੇ ਹਾਂ ਪ੍ਰਣ ਕਰਦੇ ਹਾਂ ਪਿਤਾ ਗੁਰਦੇਵ ਦਾ ਹੁਕਮ ਸਿਰ ਮੱਥੇ ਮੰਨਾਂਗੇ। ਜੀ ਨੈ ਚੰਦੂ ਕੋ ਹਮ ਗਹੈ ਜੇ ਅਸੀਂ ਚੰਦੂ ਨੂੰ ਨਾ ਫੜ ਸਕੀਏ ਮੁਸ਼ਕੈ ਬੰਦੀ ਜੇ ਨਾ ਜਗ ਲਹੈ ਸਾਡੇ ਕੋਲੋਂ ਉਸ ਦੀਆਂ ਮੁਸ਼ਕਾਂ ਬੰਧੀਆਂ ਹੋਈਆਂ ਜੇ ਸੰਸਾਰ ਨਾ ਵੇਖੇ ਤੋ ਹਮਰੇ ਸਿਰ ਦੋਸ਼ ਵਿਸਾਲੇ ਤਾਂ ਜਾਣਨਾ ਕਿ ਸਾਡੇ ਸਿਰ ਇਹ ਬਹੁਤ ਭਾਰੀ ਦੋਸ਼ ਹੋਵੇਗਾ। ਚੜੋ ਜਨੋ ਫਲ ਦੁਖਦ ਕਰਾਲੇ ਤੇ ਇਸ ਚੜੇ ਹੋਏ ਦੋਸ਼ ਦਾ ਸਾਨੂੰ ਬਹੁਤ ਭਾਰੀ ਭਿਆਨਕ ਫਲ ਦੁੱਖ ਮਿਲੇ। ਜੀ ਨਿਤ ਵੈਸ਼ਨ ਪਰੇ ਪਰਦਾਰਾ ਜੋ ਮਨੁੱਖ ਵਿਸ਼ਿਆਂ ਦੇ ਵਸ ਹੋ ਕਰਕੇ ਪਰਾਈਆਂ ਇਸਤਰੀਆਂ ਦੇ ਭੋਗ ਭੋਗਦਾ ਹੈ ਕੈ ਪਰ ਦਰਬ ਚੋਰ ਬਟਪਾਰਾ ਤੇ ਜੋ ਚੋਰ ਰਾਹ ਜਾਂਦੇ ਚੋਰਾਂ ਨੂੰ ਮਾਰ ਕਰਕੇ ਉਹਨਾਂ ਦਾ ਧਨ ਖੋਹਦਾ ਹੈ। ਗੁਰ ਤੇ ਬੇਮੁਖ ਕੁਟਿਲ ਕੁਚਾਲੇ ਜੋ ਮਨੁੱਖ ਗੁਰੂ ਤੋਂ ਬੇਮੁਖ ਹੋ ਕਰਕੇ
ਕੇ ਖੋਟੀ ਚਾਲ ਚੱਲਦਾ ਹੈ। ਪੂਰੇ ਕਾਇਰ ਕੋ ਮਤ ਕਰਾਲੇ, ਝੂਠਾ ਹੁੰਦਾ ਹੈ, ਕਾਇਰ ਹੁੰਦਾ ਹੈ ਤੇ ਖੋਟੀ ਚਾਲ ਚੱਲਦਾ ਹੈ। ਲਗਹਿ ਦੋਸ਼ ਅਸ ਪਾਪ ਉਧਾਰਾ, ਇਹ ਸਾਰੇ ਹੀ ਪਾਪਾਂ ਦਾ ਭਾਰੀ ਫਲ ਸਾਨੂੰ ਲੱਗਣਾ ਕਰੇ। ਜੇ ਨਾ ਕਰੋ ਚੰਦੂ ਮੁਖਕਾਰਾ, ਜੇ ਅਸੀਂ ਚੰਦੂ ਨੂੰ ਫੜ ਕੇ ਤੇ ਉਸ ਦਾ ਮੂੰਹ ਕਾਲਾ ਨਾ ਕਰੀਏ। ਮਿੱਤਰਨ ਦੋ ਅਕਾਰਨ ਦਰੋਹੀ, ਜੋ ਮਨੁੱਖ ਆਪਣੇ ਮਿੱਤਰਾਂ ਦੇ ਨਾਲ ਵਿਅਰਥ ਹੀ ਧਰੋਹ ਕਰਦਾ ਹੈ ਆਪਨ ਭਰੋਸੋ ਦੇ ਕਰ ਧਰੋਹੀ, ਤੇ ਆਪਣੇ ਮਿੱਤਰਾਂ ਨੂੰ ਭਰੋਸੇ ਦੇ ਵਿੱਚ ਲੈ ਕਰਕੇ ਉਹਨਾਂ ਦੇ ਨਾਲ ਵਿਸ਼ਵਾਸਘਾਤ ਕਰਦਾ ਹੈ। ਪਰ ਸੰਪਤ ਕੋ ਦੇਖਤ ਜਰਨਾ, ਜੋ ਮਨੁੱਖ ਕਿਸੇ ਦੀ ਪਰਾਈ ਧਨ ਸੰਪਦਾ ਨੂੰ ਵੇਖ ਕਰਕੇ ਸੜਦਾ ਰਹਿੰਦਾ ਹੈ। ਪਰ ਜਸ ਸੁਨਤ ਹਿਰਦੇ ਨਹਿ ਜਰਨਾ, ਜੋ ਮਨੁੱਖ ਕਿਸੇ ਦੀ ਵਡਿਆਈ ਨੂੰ ਸੁਣ ਕਰਕੇ ਤੇ ਹਿਰਦੇ ਵਿੱਚ ਸੜਦਾ ਹੈ। ਗੁਰ ਨਿੰਦਕ ਲੋਲਪ ਕੁਲ ਘਾਤੀ, ਜੋ ਮਨੁੱਖ ਗੁਰੂ ਘਰ ਦਾ ਨਿੰਦਕ, ਲੋਭੀ ਅਤੇ ਕੁਲ ਦਾ ਘਾਤ ਕਰਨ ਵਾਲਾ ਹੋਵੇ। ਮਾਤ ਪਿਤਾ ਦੁਖਦਾਇਕ ਛਾਤੀ, ਤੇ ਜਿਸ ਮਨੁੱਖ ਦੇ ਕੋਲੋਂ ਉਸ ਦੇ ਮਾਤਾ ਪਿਤਾ ਬਹੁਤ ਦੁਖੀ ਹੋਣ, ਇਹਨ ਅਗ ਫਲ ਤੋ ਹਮ ਹੀ ਪਾਵੈ, ਇਹਨਾਂ ਸਾਰੇ ਹੀ ਕੀਤੇ ਹੋਏ ਪਾਪਾਂ ਦਾ ਫਲ ਅਸੀਂ ਪਾਉਣਾ ਕਰੀਏ। ਜੇ ਨਾ ਚੰਦੂ ਸਿਰ ਪਣਹਿ ਲਗਾਵੈ, ਜੇ ਅਸੀਂ ਚੰਦੂ ਦੇ ਸਿਰ ਦੇ ਵਿੱਚ ਛਿੱਤਰ ਜੁੱਤੀਆਂ ਨਾ ਮਾਰਨਾ ਕਰੀਏ। ਇਤਿਆਦਿਕ ਕਹਿ ਸਭਾ ਮਜਾਰੀ, ਇਸ ਤਰ੍ਹਾਂ ਭਰੀ ਸੰਗਤ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਣ ਕੀਤਾ। ਪਿਤ ਪਲਟਾ ਲੈ ਬੈ ਇਸ਼ਧਾਰੀ, ਤੇ ਪਿਤਾ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਬਦਲਾ ਲੈਣ ਦੀ ਇੱਛਾ ਕੀਤੀ। ਓਟ ਪੁਨ ਸੁਦਾ ਸਰੋਵਰ ਗਏ, ਇਸ ਤੋਂ ਉਪਰੰਤ ਸੱਚੇ ਪਾਤਸ਼ਾਹ ਜੀ ਉੱਠ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਵੱਲ ਨੂੰ ਚਲੇ ਗਏ। ਮੱਜਨ ਕਰ ਤਿਲਾਂਜੁਲੀ ਦਏ, ਜਾ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ। ਲੋਕਿਕ ਵੈਦਕ ਜਿਤਕ ਬਤਾਈ, ਤੇ ਜੋ ਵੀ ਆਗਿਆ ਪੰਜਾਂ ਗੁਰਸਿੱਖਾਂ ਨੇ ਸੱਚੇ ਪਾਤਸ਼ਾਹ ਜੀ ਨੂੰ ਦੱਸਣਾ ਕੀਤੀ। ਪਿਤਾ ਹੇਤ ਸਭ ਕਰੀ ਤੇ ਗੁਸਾਈ, ਸੱਚੇ ਪਾਤਸ਼ਾਹ ਜੀ ਮਨ ਹੀ ਮਨ ਵਿੱਚ ਸੋਚ ਰਹੇ ਹਨ ਕਿ ਅਸੀਂ ਇਹ ਸਾਰਾ ਪ੍ਰਣ ਪੂਰਾ ਕਰਾਂਗੇ। ਹਟ ਕਰ ਚਲਨ ਕੇਤ ਕੋ ਆਏ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਚੱਲ ਕਰਕੇ ਫਿਰ ਸੱਚੇ ਪਾਤਸ਼ਾਹ ਜੀ ਆਪਣੇ ਮਹਿਲਾਂ ਅੰਦਰ, ਜਿੱਥੇ ਅੱਜ ਕੱਲ ਗੁਰਦੁਆਰਾ ਗੁਰੂ ਕਾ ਮਹਿਲ ਹੈ, ਉੱਥੇ ਚਲੇ ਗਏ। ਮਾਤ ਗੰਗ ਜਹ ਸ਼ੋਕ ਵਧਾਏ, ਤੇ ਗੁਰੂ ਕੇ ਮਹਿਲਾਂ ਅੰਦਰ ਮਾਤ ਗੰਗਾ ਜੀ ਵੀ ਜਿੱਥੇ ਭਾਰੀ ਸ਼ੋਕ ਕਰ ਰਹੇ ਸਨ। ਸੁਨ ਸ਼੍ਰੀ ਹਰਿ ਗੋਬਿੰਦ ਤੁਖਾਰੀ, ਮਾਤ ਗੰਗਾ ਜੀ ਨੂੰ ਸੋਗ ਕਰਦਿਆਂ ਵੇਖ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਠਿਓ ਬ੍ਰਿਧ ਦਿਓ ਧੀਰਜ ਭਾਰੀ, ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਬੁੱਢਾ ਸਾਹਿਬ ਜੀ ਆਪ ਮਾਤ ਗੰਗਾ ਜੀ ਨੂੰ ਧੀਰਜ ਦੇਣਾ ਕਰੋ। ਪਰਦੇ ਅੰਦਰ ਮਾਤ ਬਿਠਾਏ, ਘਰ ਦੇ ਅੰਦਰ ਜਿੱਥੇ ਮਾਤ ਗੰਗਾ ਜੀ ਬੈਠੇ ਹੋਏ ਸਨ, ਕਹਿਓ ਬਾਕ ਦਿਓ ਸ਼ੋਕ ਮਿਟਾਏ। ਬਾਬਾ ਬੁੱਢਾ ਸਾਹਿਬ ਜੀ ਨੇ ਜਾ ਕਰਕੇ ਇਸ ਤਰ੍ਹਾਂ ਮਾਤਾ ਗੰਗਾ ਜੀ ਨੂੰ ਬੇਨਤੀ ਕੀਤੀ ਕਿ ਮਾਤਾ ਗੰਗਾ ਜੀ ਕਿਸੇ ਵੀ ਤਰ੍ਹਾਂ ਦਾ ਸ਼ੋਕ ਨਾ ਕਰੋ, ਭਾਣੇ ਨੂੰ ਮਿੱਠਾ ਕਰਕੇ ਮੰਨਣਾ ਕਰੋ। ਸ੍ਰੀ ਸਤਿਗੁਰ ਜੋ ਆਇਸ ਕਰੀ, ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਨਾ ਲਾਹੌਰ ਜਾਣ ਤੋਂ ਪਹਿਲਾਂ ਆਪ ਜੀ ਨੂੰ ਇਸ ਤਰ੍ਹਾਂ ਆਗਿਆ ਕੀਤੀ ਸੀ। ਹਮ ਤੁਮ ਕੋ ਚਾਹੀਅਤ ਸੋ ਧਰੀ, ਜੋ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਨੂੰ ਮਾਤ ਗੰਗਾ ਜੀ ਆਗਿਆ ਕੀਤੀ ਸੀ ਨਾ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਕਿ ਮਾਤ ਗੰਗਾ ਜੀ ਆਪ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਲਾਹੌਰ ਜਾਣ ਤੋਂ ਪਹਿਲਾਂ ਇਹ ਦੱਸ ਗਏ ਸਨ ਕਿ ਗੰਗਾ ਅਸੀਂ ਲਾਹੌਰ ਤੋਂ ਵਾਪਸ ਨਹੀਂ ਆਉਣਾ, ਅਸੀਂ ਸ਼ਹਾਦਤ ਪ੍ਰਾਪਤ ਕਰ ਲੈਣੀ ਹੈ ਤੇ ਤੂੰ ਸਾਡੇ ਪਿੱਛੋਂ ਕਿਸੇ ਵੀ ਤਰ੍ਹਾਂ ਦਾ ਸ਼ੋਕ ਜਾਂ ਰੁਦਨ ਨਹੀਂ ਕਰਨਾ। ਇਸ ਲਈ ਮਾਤ ਗੰਗਾ ਜੀ
ਤੁਹਾਨੂੰ ਹੁਣ ਉਹਨਾਂ ਬਚਨਾਂ ਤੇ ਪਹਿਰਾ ਦੇਣਾ ਚਾਹੀਦਾ ਹੈ। ਹਰ ਗੋਬਿੰਦ ਅਰਨੁਖਾ ਤੁਮਾਰੀ। ਕਿਉਂਕਿ ਆਪ ਜੀ ਦੇ ਸੁਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਯਾਰ ਬਲਾ ਛੋਟੀ ਹੈ। ਅਲਪ ਯਾਰ ਬਲ ਲਿਹੋ ਵਿਚਾਰੀ। ਉਹਨਾਂ ਦੀ ਯਾਰ ਬਲਾ ਕੇਵਲ 11 ਕੁ ਸਾਲ ਦੀ ਹੈ। ਇਸ ਗੱਲ ਨੂੰ ਤੁਸੀਂ ਆਪਣੇ ਹਿਰਦੇ ਅੰਦਰ ਵਿਚਾਰ ਨਾ ਕਰੋ। ਸ੍ਰੀ ਗੁਰ ਪਾਛੇ ਸਿੱਖ ਕਤੰਬ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਪਿੱਛੋਂ ਸਾਰੇ ਹੀ ਸਿੱਖ, ਸਾਰਾ ਹੀ ਪਰਿਵਾਰ ਅਤੇ ਕੁਟੁੰਬ, ਸਭੀ ਹਨ ਕੇ ਤੁਮ ਅਹੋ ਅਲੰਬ। ਕਿਉਂਕਿ ਮਾਤ ਗੰਗਾ ਜੀ ਆਪ ਜੀ ਵੱਡੇ ਹੋ ਤੇ ਸਾਰਿਆਂ ਦਾ ਆਸਰਾ ਹੋ। ਜਹ ਸਿਮਰੀ ਤਹ ਹਾਜ਼ਰ ਗੁਰ ਹੈ। ਫਿਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਬਾਬਤ ਆਪ ਜੀ ਸੋਗ ਕਰ ਰਹੇ ਹੋ, ਰੁਦਨ ਕਰ ਰਹੇ ਹੋ, ਉਹ ਤਾਂ ਪ੍ਰਤੱਖ ਹਨ। ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਉਹਨਾਂ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਰੂਪ ਲਿਖਵਾਇਆ, ਉਸ ਦੇ ਵਿੱਚ ਮੋਹਰ ਵੀ ਲਾਈ ਹੈ ਕਿ ਭਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਮਾਤ ਗੰਗਾ ਜੀ, ਬਾਬਾ ਬੁੱਢਾ ਸਾਹਿਬ ਜੀ ਕਹਿ ਰਹੇ ਹਨ ਮਾਤ ਗੰਗਾ ਜੀ ਨੂੰ ਕਿ ਮਾਤਾ ਗੰਗਾ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਆਪ ਹੀ ਮਨੁੱਖਾ ਸਰੀਰ ਧਾਰ ਕੇ ਇਸ ਮਾਤ ਲੋਕ ਤੇ ਆਏ ਸਨ। ਇਸ ਲਈ ਉਹ ਤਾਂ ਪ੍ਰਤੱਖ ਹਰ ਸਨ। ਉਹਨਾਂ ਨੂੰ ਜਿੱਥੇ ਵੀ ਕੋਈ ਯਾਦ ਕਰੇਗਾ, ਆਪ ਜੀ ਵੀ ਯਾਦ ਕਰੋ, ਉਹ ਤਾਂ ਪ੍ਰਤੱਖ ਹਾਜ਼ਰ ਨਾਜ਼ਰ ਹਨ। ਤਿਨ ਹਿਤ ਸ਼ੋਕ ਸੋਚ ਕਿਆ ਧਰ ਹੈ। ਇਸ ਲਈ ਉਹਨਾਂ ਦੇ ਪ੍ਰਤੀ ਕਿਸੇ ਵੀ ਤਰ੍ਹਾਂ ਦਾ ਸ਼ੋਕ ਕਰਨਾ ਜਾਂ ਰੁਦਨ ਕਰਨਾ ਨਹੀਂ ਚਾਹੀਦਾ। ਤੁਮ ਬਿਨ ਸਭ ਕੀ ਗਤ ਹੈ ਕੋਨ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਮਾਤ ਗੰਗਾ ਜੀ ਤੁਸੀਂ ਪਰਿਵਾਰ ਦੇ ਵਿੱਚ ਸਾਰਿਆਂ ਤੋਂ ਵੱਡੇ ਹੋ ਤੇ ਤੁਹਾਡੇ ਤੋਂ ਬਿਨਾ ਪਰਿਵਾਰ ਦਾ ਕੋਈ ਬਜ਼ੁਰਗ ਜਾਂ ਆਸਰਾ ਕੌਣ ਹੈ। ਗੁਰ ਤੁਮ ਤਜੇ ਆਸਰਾ ਭੋਨ। ਫਿਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਾ ਲਾਹੌਰ ਜਾਣ ਤੋਂ ਪਹਿਲਾਂ ਆਪ ਜੀ ਨੂੰ ਕਿਹਾ ਸੀ ਕਿ ਤੁਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਰ ਤਰ੍ਹਾਂ ਕਰਕੇ ਸਹਾਇਤਾ ਕਰਨੀ। ਇਸ ਕਰਕੇ ਤੁਸੀਂ ਸਾਰੇ ਪਰਿਵਾਰ ਦਾ ਆਸਰਾ ਹੋ। ਅੰਤ ਸਮੇਂ ਗੁਰ ਆਇਸ ਕਹੀ। ਇਹ ਆਗਿਆ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲਾਹੌਰ ਜਾਣ ਸਮੇਂ ਆਪ ਜੀ ਨੂੰ ਕੀਤੀ ਸੀ। ਹਮ ਹਿਤ ਸ਼ੋਕ ਕਰੋ ਕੋ ਨਹੀਂ। ਤੇ ਆਪ ਜੀ ਨੂੰ ਇਹ ਵੀ ਬਚਨ ਕਿਹਾ ਸੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿ ਗੰਗਾ ਜਦੋਂ ਅਸੀਂ ਸ਼ਹਾਦਤ ਪ੍ਰਾਪਤ ਕਰ ਜਾਈਏ, ਸਾਡੇ ਮਗਰੋਂ ਕਿਸੇ ਵੀ ਤਰ੍ਹਾਂ ਦਾ ਤੂੰ ਸ਼ੋਕ ਨਹੀਂ ਕਰਨਾ। ਹਰ ਗੋਬਿੰਦ ਕੋ ਤਖਤ ਬਿਠਾਵੋ। ਇਸ ਲਈ ਹੁਣ ਜੋ ਆਗਿਆ ਭੇਜੀ ਹੈ ਨਾ ਲਾਹੌਰ ਤੋਂ, ਤੇ 5 ਸਿੱਖਾਂ ਨੇ ਆਣ ਕਰਕੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤ ਪ੍ਰਾਪਤ ਕਰਨ ਤੋਂ ਪਹਿਲਾਂ 5 ਸਿੱਖਾਂ ਨੂੰ ਇਹ ਆਗਿਆ ਦੇ ਕਰਕੇ ਭੇਜਿਆ ਹੈ ਕਿ ਸਾਡੀ ਸ਼ਹਾਦਤ ਤੋਂ ਉਪਰੰਤ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਜਾ ਕਰਕੇ ਸਾਡਾ ਇਹ ਸੁਨੇਹਾ ਦੇਣਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤਖਤ ਉੱਪਰ ਬਿਰਾਜਮਾਨ ਕਰਨ ਦੀ ਮਰਿਆਦਾ ਕਰਨੀ। ਮੰਗਲ ਅਨੇਕ ਪ੍ਰਕਾਰ ਕਰਾਵੋ। ਇਸ ਲਈ ਮਾਤ ਗੰਗਾ ਜੀ ਤੁਸੀਂ ਸਾਰੇ ਹੀ ਰਲ ਮਿਲ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤਖਤ ਉੱਪਰ ਬਿਰਾਜਮਾਨ ਕਰਨ ਦੀ ਮਰਿਆਦਾ ਦੀ ਤਿਆਰੀ ਕਰੋ ਅਤੇ ਅਨੇਕਾਂ ਪ੍ਰਕਾਰ ਦੀਆਂ ਖੁਸ਼ੀਆਂ ਕਰੋ। ਗੁਰ ਆਇਸ ਤੇ ਕਾਰਜ ਏਹੂ। ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਵੀ ਇਹ ਹੈ ਤੇ ਗੁਰੂ ਸਾਹਿਬ ਜੀ ਦੀ ਆਗਿਆ ਦੇ ਵਿੱਚ ਹੀ ਸਾਡੀ ਖੁਸ਼ੀ ਹੈ। ਤੁਮ ਬਸ ਕਰਨ ਉਚਿਤ ਲਖ ਲੇਹੂ। ਇਸ ਲਈ ਮਾਤ ਗੰਗਾ ਜੀ ਤੁਮ ਬਸ ਕਰਨ, ਆਪ ਜੀ ਦੇ ਵਾਸਤੇ ਕਰਨ ਵਾਸਤੇ ਉਚਿਤ ਲਖ ਲੇਹੋ। ਇਹੋ ਹੀ ਕਾਰਜ ਕਰਨ ਯੋਗ ਹੈ ਕਿ ਆਪਾਂ ਸਾਰੇ ਹੀ ਰਲ ਮਿਲ ਕਰਕੇ ਨਾ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇ ਤਖਤ ਉੱਪਰ ਬਿਰਾਜਮਾਨ ਕਰਨ ਦੀ ਤਿਆਰੀ ਕਰਨਾ ਕਰੀਏ। ਗੁਰਪਤ ਕੀ ਮਰਜੀ ਬਿਨ ਜਰਨੋ, ਇਸ ਲਈ ਮਾਤ ਗੰਗਾ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਤੋਂ ਬਿਨਾਂ ਆਪ ਜੀ ਨੂੰ ਕੋਈ ਵੀ ਕਾਰਜ ਨਹੀਂ ਕਰਨਾ ਚਾਹੀਦਾ। ਨਹੀਂ ਆਇਪ ਕੇ ਲਾਇਕ ਬਰਨੋ, ਉਹਨਾਂ ਦੀ ਆਗਿਆ ਤੋਂ ਉਲਟ ਆਪ ਜੀ ਨੂੰ ਨਹੀਂ ਜਾਣਾ ਚਾਹੀਦਾ। ਆਪ ਜੀ ਸ਼ੋਕ ਦੂਰ ਕਰੋ, ਕਿਉਂਕਿ ਸੋਗ ਕਰਨਾ ਆਪ ਜੀ ਦੇ ਕਿਸੇ ਵੀ ਤਰ੍ਹਾਂ ਲਾਇਕ ਨਹੀਂ। ਸਿਮਰੋ ਨਿਸ ਦਿਨ ਠਾਨੋ ਧਿਆਨ, ਮਾਤ ਗੰਗਾ ਜੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤਾਂ ਹਾਜ਼ਰ ਨਾਜ਼ਰ ਹਨ। ਤੁਸੀਂ ਮਨ ਹੀ ਮਨ ਦੇ ਵਿੱਚ ਦਿਨ ਰਾਤ ਉਹਨਾਂ ਦਾ ਧਿਆਨ ਧਾਰਨਾ ਕਰੋ, ਮਿਲ ਹੋ ਜਾਏ ਪਤ ਪ੍ਰਾਨ ਨਿਧਾਨ। ਕਿਉਂਕਿ ਉਹ ਆਪ ਜੀ ਨੂੰ ਲਾਹੌਰ ਜਾਣ ਤੋਂ ਪਹਿਲਾਂ ਇਹ ਬਚਨ ਦੇ ਕਰਕੇ ਗਏ ਸਨ। ਜਦੋਂ ਤੁਸੀਂ ਉਹਨਾਂ ਨੂੰ ਕਿਹਾ ਸੀ ਨਾ ਕਿ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾਂ ਮੈਂ ਇਸ ਮਾਤ ਲੋਕ ਤੇ ਕਿਵੇਂ ਰਹਾਂਗੀ, ਤੇ ਮਾਤ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਕਹਿ ਰਹੇ ਹਨ ਮਾਤਾ ਗੰਗਾ ਜੀ ਨੂੰ ਕਿ ਮਾਤਾ ਗੰਗਾ ਜੀ ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਨੂੰ ਕਿਹਾ ਸੀ ਕਿ ਆਪ ਜੀ ਦੀ ਆਰਬਲਾ ਹਾਲੇ ਬਾਕੀ ਹੈ। ਤੁਸੀਂ ਜਦੋਂ ਆਪਣੀ ਆਰਬਲਾ ਭੋਗ ਕਰਕੇ ਨਾ ਪਰਲੋਕ ਗਮਨ ਕਰੋਗੇ, ਫਿਰ ਤੁਸੀਂ ਸਾਡੇ ਚਰਣਾ ਕਮਲਾਂ ਦੇ ਵਿੱਚ ਆਣ ਕਰਕੇ ਅਭੇਦਤਾ ਪ੍ਰਾਪਤ ਕਰ ਲਵੋਗੇ। ਇਸ ਕਰਕੇ ਮਾਤਾ ਜੀ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਨਾਲ ਵਾਅਦਾ ਕਰਕੇ ਗਏ ਸਨ। ਇਸ ਕਰਕੇ ਤੁਸੀਂ ਜੋ ਰਹਿੰਦੀ ਆਰਬਲਾ ਹੈ ਨਾ ਉਹਨਾਂ ਦੇ ਚਰਣਾ ਕਮਲਾਂ ਦੇ ਧਿਆਨ ਦੇ ਵਿੱਚ ਬਤੀਤ ਕਰੋ। ਸਮਝ ਪਿਖੋ ਨ ਬੋਰ ਕਹੀ ਜੈ, ਇਸ ਲਈ ਮਾਤ ਗੰਗਾ ਜੀ ਆਪ ਜੀ ਸਾਰੀ ਗੱਲ ਨੂੰ ਸਮਝ ਲੈ ਹੋ, ਵੇਖਣਾ ਕਰੋ ਤੇ ਫਿਰ ਸੋਗ ਨਾ ਕਰਨਾ ਕਰੋ। ਸ਼ੋਕ ਸੰਤਾਪ ਤਿਆਗ ਸਭ ਦੀਜੈ, ਇਸ ਲਈ ਆਪ ਜੀ ਸਾਰੀ ਤਰ੍ਹਾਂ ਦਾ ਸੋਗ ਸੰਤਾਪ ਦਾ ਤਿਆਗ ਕਰ ਦੇਣਾ ਕਰੋ। ਸੁਨ ਬ੍ਰਿਧ ਕੇ ਬਚ ਸਿਆਣੇ ਗੰਗਾ, ਇਸ ਤਰ੍ਹਾਂ ਸਾਰੀ ਹੀ ਸਿੱਖਿਆ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਮਾਤ ਗੰਗਾ ਜੀ ਨੂੰ ਦਿੱਤੀ, ਇਹ ਵੀ ਦ੍ਰਿੜ ਕਰਵਾਇਆ ਕਿ ਲਾਹੌਰ ਜਾਣ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਸਨ। ਆਪ ਜੀ ਨੂੰ ਦੱਸ ਕੇ ਗਏ ਸਨ ਕਿ ਲਾਹੌਰ ਜਾ ਕਰਕੇ ਅਸੀਂ ਸ਼ਹਾਦਤ ਨੂੰ ਪ੍ਰਾਪਤ ਕਰ ਲੈਣਾ, ਤੇ ਸਾਡੇ ਮਗਰੋਂ ਤੁਸੀਂ ਕਿਸੇ ਤਰ੍ਹਾਂ ਦਾ ਰੁਦਨ ਨਹੀਂ ਕਰਨਾ। ਇਸ ਲਈ ਮਾਤ ਗੰਗਾ ਜੀ ਤੁਸੀਂ ਸੋਗ ਸੰਤਾਪ ਤਿਆਗ ਦੇਵੋ। ਜਦੋਂ ਇਹ ਸਾਰੀ ਹੀ ਸਿੱਖਿਆ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਮਾਤ ਗੰਗਾ ਜੀ ਜੋ ਬਹੁਤ ਸਿਆਣਪ ਦਾ ਹੀ ਘਰ ਸਨ, ਜਦੋਂ ਉਹਨਾਂ ਨੇ ਸੁਣਨਾ ਕੀਤੀ, ਮਾਨੇ ਸਿਰ ਧਰ ਜਾਣੇ ਚੰਗਾ, ਤੇ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਅਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਨੂੰ ਸਿਰ ਮੱਥੇ ਸੱਤ ਕਰਕੇ ਚੰਗਾ ਕਰਕੇ ਮੰਨਣਾ ਕੀਤਾ। ਨਹਿ ਅਪਰਨ ਸਮ ਮੋਕੋ ਚਹੀਐ, ਹੁਣ ਮਾਤ ਗੰਗਾ ਜੀ ਮਨ ਹੀ ਮਨ ਇਹ ਵਿਚਾਰ ਕਰਨ ਲੱਗੇ ਕਿ ਹੋਰ ਸੰਗਤ ਜਿਵੇਂ ਸ਼ੋਕ ਕਰ ਰਹੀ ਹੈ, ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਰੋਦਨ ਸ਼ੋਕ ਮੋਹ ਤੇ ਪਈਐ ਹੈ, ਮੈਨੂੰ ਰੋਣ ਤੋਂ ਸ਼ੋਕ ਤੋਂ, ਰੋਦਨ ਸ਼ੋਕ ਮੋਹ, ਮੈਨੂੰ ਰੋਣ ਤੋਂ ਸ਼ੋਕ ਤੋਂ ਦੂਰ ਰਹਿਣਾ ਚਾਹੀਦਾ ਤੇ ਮੋਹ ਤੇ ਪਈਐ, ਮੋਹ ਵਸ ਹੋ ਕਰਕੇ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਮੈਂ ਜਗ ਗੁਰ ਕਰਨੀ ਅਕਲੇਸ਼, ਮੈਂ ਤਾਂ ਇਸ ਗੱਲ ਦਾ ਮਾਣ ਰੱਖਦੀ ਹਾਂ। ਮਾਤ ਗੰਗਾ ਜੀ ਮਨ ਹੀ ਮਨ ਵਿੱਚ ਸੋਚ ਰਹੇ ਹਨ ਕਿ ਮੈਨੂੰ ਤਾਂ ਇਹ ਮਾਣ ਹੈ ਕਿ ਮੈਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਲ ਹਾਂ, ਉਹਨਾਂ ਦੀ ਪਤਨੀ ਹਾਂ। ਜਿਨ ਤੇ ਲੈ ਉਪਦੇਸ਼ ਅਸ਼ੇਸ਼, ਤੇ ਫਿਰ ਜਿਨ੍ਹਾਂ ਦੇ ਕੋਲੋਂ ਮੈਂ ਬਹੁਤ ਤਰ੍ਹਾਂ ਸਾਰੀ ਉਮਰ ਉਪਦੇਸ਼ ਅਤੇ ਅਸੀਸਾਂ ਪ੍ਰਾਪਤ ਕੀਤੀਆਂ ਹਨ। ਆਸਮਨ ਜਾਨ ਧੀਰ ਕੋ ਧਰ ਕੈ, ਇਸ ਤਰ੍ਹਾਂ ਸਾਰੀ ਹੀ ਤਰ੍ਹਾਂ ਮਨ ਜਾਣ, ਮਨ ਦੇ ਵਿੱਚ ਜਾਣ ਕੇ ਬਾਬਾ ਬੁੱਢਾ ਸਾਹਿਬ ਜੀ ਦੀ ਸਿੱਖਿਆ
ਅਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਮਨ ਹੀ ਮਨ ਦੇ ਵਿੱਚ ਵਿਚਾਰ ਕਰਕੇ ਤੇ ਮਾਤ ਗੰਗਾ ਜੀ ਧੀਰਜ ਨੂੰ ਧਰ ਕਰਕੇ ਕਰੀ ਜਿਤਕ ਜਗ ਰੀਤ ਵਿਚਰ ਤੇ ਕੈ। ਫਿਰ ਮਾਤ ਗੰਗਾ ਜੀ ਨੇ ਸਿੱਖ ਸੰਗਤਾਂ ਨੂੰ ਕਿਹਾ ਇਸ ਗੱਲ ਨੂੰ ਵਿਚਾਰ ਕਰਕੇ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇ ਤਖਤ ਉੱਪਰ ਬਿਰਾਜਮਾਨ ਕਰਨ ਦੀ ਰੀਤ ਦੀ ਤਿਆਰੀ ਕਰੀਏ। ਸੋ ਹੈ ਨਿਸਬਿਤਿਓ ਬਿਨ ਖਾਨੇ। ਇਸ ਤਰ੍ਹਾਂ ਉਹ ਸਾਰਾ ਹੀ ਦਿਨ ਅਤੇ ਰਾਤ ਜਦੋਂ ਪੰਜੇ ਸਿੱਖ ਲਾਹੌਰ ਤੋਂ ਚੱਲ ਕੇ ਆਏ, ਸਾਰਾ ਹੀ ਦਿਨ ਅਤੇ ਰਾਤ ਇਸੇ ਹੀ ਕਿਰਿਆ ਦੇ ਵਿੱਚ ਬਤੀਤ ਹੋ ਗਿਆ। ਗੁਰ ਕੇ ਗੁਣ ਅਗ ਚੰਦੂ ਬਖਾਨੇ। ਮਾਤ ਗੰਗਾ ਜੀ, ਛੇਵੇਂ ਪਾਤਸ਼ਾਹ ਜੀ ਅਤੇ ਸਾਰੀ ਸੰਗਤ ਗੁਰ ਕੇ ਗੁਣ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਨੂੰ ਯਾਦ ਕਰਦੇ ਹਨ। ਚੰਦ ਬਖਾਨੇ ਤੇ ਚੰਦੂ ਨੂੰ ਪਾਪੀ ਕਹਿ ਕਰਕੇ ਤ੍ਰਿਸਕਾਰਦੇ ਹਨ। ਉਚਿਤ ਜੋ ਮਹਾਸ਼ਤਰਤਾ ਕਰਬੇ। ਤੇ ਸਾਰੇ ਹੀ ਫਿਰ ਇਸ ਤਰ੍ਹਾਂ ਇੱਕ ਮਤ ਹੋ ਕਰਕੇ ਕਹਿਣ ਲੱਗੇ ਕਿ ਚੰਦੂ ਜੋ ਬਹੁਤ ਵੱਡਾ ਪਾਪੀ ਹੈ ਉਹ ਇਸ ਗੱਲ ਦੇ ਲਾਇਕ ਹੈ। ਕਹਿਤ ਚਹਿਤ ਤਿਸ ਪ੍ਰਾਨਨ ਹਰਬੇ। ਸਾਰੇ ਹੀ ਕਹਿੰਦੇ ਹਨ ਤੇ ਚਾਹੁੰਦੇ ਹਨ ਕਿ ਉਸ ਨੂੰ ਮਾਰ ਮੁਕਾਉਣਾ ਚਾਹੀਦਾ ਹੈ। ਸਭ ਸੰਗਤ ਗਨਗਾਰ ਨਿਕਾਰੈ। ਸਾਰੀ ਸੰਗਤ ਇੱਕ ਮਤ ਹੋ ਕਰਕੇ ਨਾ ਤੇ ਚੰਦੂ ਨੂੰ ਤਰ੍ਹਾਂ ਤਰ੍ਹਾਂ ਦੀਆਂ ਲਾਹਣਤਾਂ ਪਾ ਰਹੇ ਹਨ। ਪਾਪ ਆਤਮਾ ਨਰਕ ਸਿਧਾਰੈ। ਕੀ ਲਾਹਣਤਾਂ ਪਾ ਰਹੇ ਹਨ? ਪਾਪ ਆਤਮਾ ਕਿ ਚੰਦੂ ਦੁਸ਼ਟ ਜੋ ਪਾਪੀ ਆਤਮਾ ਹੈ ਨਰਕ ਸਿਧਾਰੈ, ਉਹ ਨਰਕਾਂ ਦੇ ਵਿੱਚ ਹੀ ਵਾਸਾ ਕਰੇਗੀ ਕਿਉਂਕਿ ਉਸਨੇ ਬਹੁਤ ਭਾਰੀ ਪਾਪ ਕੀਤਾ, ਬਹੁਤ ਧਰੋਹ ਕਮਾਇਆ, ਉਸਨੇ ਬਹੁਤ ਜ਼ਿਆਦਾ ਤਸੀਹੇ ਦੇ ਕਰਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ। ਸੰਗਤ ਜੀ, ਇੱਥੇ ਹੀ ਅੱਜ ਦੇ ਪ੍ਰਸੰਗ ਦੀ ਸਮਾਪਤੀ ਹੈ। ਕੱਲ ਦਾ ਪ੍ਰਸੰਗ ਆਪ ਸੰਗਤ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੋਣਾ ਪਾਸੋਂ ਸਰਵਣ ਕਰੋਗੇ। ਉਸ ਦੇ ਵਿੱਚ ਇਹ ਇਤਿਹਾਸ ਆਵੇਗਾ ਕਿ ਸਮੂਹ ਸੰਗਤਾਂ ਨੂੰ ਸੁਨੇਹੇ ਭੇਜੇ ਜਾਂਦੇ ਹਨ। ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਉਂਦੀਆਂ ਹਨ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਬਾਬਾ ਬੁੱਢਾ ਸਾਹਿਬ ਜੀ ਸਹਿਜ ਪਾਠ ਕਰਦੇ ਹਨ, ਭੋਗ ਪੈਂਦਾ ਹੈ ਅਤੇ ਛੇਵੇਂ ਪਾਤਸ਼ਾਹ ਜੀ ਦੀ ਦਸਤਾਰ ਬੰਦੀ ਹੁੰਦੀ ਹੈ। ਇਹ ਪ੍ਰਸੰਗ ਆਪ ਸਮੂਹ ਸੰਗਤਾਂ ਕੱਲ ਦੇ ਦੀਵਾਨਾਂ ਅੰਦਰ ਸਰਵਣ ਕਰੋਗੇ। ਸੱਚੇ ਪਾਤਸ਼ਾਹ ਜੀ ਦਾ ਜਸ ਕਰਦਿਆਂ ਹੋਇਆਂ, ਗੁਰ ਇਤਿਹਾਸ ਦੀ ਕਥਾ ਕਰਦਿਆਂ ਹੋਇਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅਤੇ ਆਪ ਸੰਗਤ ਬਖਸ਼ਣਯੋਗ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਦੇਣੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਉਚਿਤ ਜੋ ਮਹਾਸ਼ਤਰਤਾ ਕਰਬੇ। ਕਹਿਤ ਚਹਿਤ ਤਿਸ ਪ੍ਰਾਨਨ ਹਰਬੇ।